ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਸ਼ੁਰੂਆਤ ਕਰਦੇ ਹਾਂ US ਵੀਜ਼ਾ ਵੇਟ ਟਾਈਮ ਇਨ ਇੰਡੀਆ। ਕਿੰਨਾ ਸਮਾਂ ਲੱਗਦਾ ਹੈ ਵੀਜ਼ਾ ਲੈਣ ਦੇ ਵਿੱਚ ਜਿੱਥੋਂ ਤੱਕ ਭਾਰਤ ਦਾ ਸੰਬੰਧ ਹੈ ਅਮਰੀਕਾ ਦੇ ਨਾਲ। ਹਮੇਸ਼ਾ ਮੀਟਿੰਗਸ ਦੇ ਵਿੱਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਸਰਕਾਰ ਵੱਲੋਂ ਵੀ ਕੌਂਸਲਰ ਅਫੇਅਰ ਬਜਟ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿ ਹੁਣ ਕੁਆਡ ਦੇ ਮੈਂਬਰਸ ਵੀ ਹੈਗੇ ਆ। ਹੋਰ ਵੀ ਜਿੱਥੇ ਕਿਤੇ ਮੌਕਾ ਮਿਲਦਾ ਹੈ ਦੋਨਾਂ ਦੇਸ਼ਾਂ ਦੇ ਪ੍ਰਤੀਨਿਧੀ ਆਪਸ ਦੇ ਵਿੱਚ ਇਹ ਗੱਲ ਕਰਦੇ ਨੇ, ਇਹ ਬਾਤ ਕਰਦੇ ਨੇ, ਇੱਕ ਚਰਚਾ ਕਰਦੇ ਨੇ ਕਿ 450 ਦਿਨ ਤੋਂ ਲੈ ਕੇ 600 ਦਿਨ ਤੱਕ ਵੇਟ ਕਰਨੀ ਪੈਂਦੀ ਹੈ ਲੋਕਾਂ ਨੂੰ ਅਮਰੀਕਾ ਦਾ US ਦਾ ਵੀਜ਼ਾ ਲੈਣ ਦਾ ਜੋ ਟਾਈਮ ਹੈ ਉਹ ਟਾਈਮ ਬਹੁਤ ਜ਼ਿਆਦਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਤੋਂ 24 ਜੂਨ ਤੱਕ ਸਟੇਟ ਵਿਜ਼ਿਟ 'ਤੇ ਨੇ। ਅਮਰੀਕਾ ਦੇ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਫਰਸਟ ਲੇਡੀ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੈ। ਤਾਂ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਚਰਚਾਵਾਂ ਵੀ ਹੋਣਗੀਆਂ, ਸੰਬੰਧ ਵੀ ਹੋਣਗੇ, ਕਈ ਡੀਲਸ ਵੀ ਹੋਣਗੇ, ਕਈ ਟ੍ਰੇਡਸ ਵੀ ਹੋਣਗੇ, ਕਈ ਪੈਕੇਜ ਵੀ ਡਿਸਕਸ ਹੋਣਗੇ। ਸੋ ਉਸ ਦੇ ਮੱਦੇਨਜ਼ਰ ਬਿਜ਼ਨਸ ਨੂੰ ਅਪਲਿਫਟ ਕਰਨਾ ਜ਼ਰੂਰੀ ਹੈ। ਲੋਕਾਂ ਦੀ ਸਹੂਲੀਅਤ ਵਾਸਤੇ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਜਿਹੜਾ ਵੀਜ਼ਾ ਵੇਟ ਟਾਈਮ ਹੈ ਇਹ ਘਟਾਇਆ ਜਾਵੇ, ਕਮ ਸੇ ਕਮ ਕੀਤਾ ਜਾਵੇ, ਕਿਉਂਕਿ ਇਹ ਇੰਟਰਨੈਸ਼ਨਲ ਲੈਵਲ 'ਤੇ ਦੇਖਿਆ ਜਾਵੇ ਤਾਂ ਸਾਰੇ ਦੇਸ਼ਾਂ ਨਾਲੋਂ ਸਭ ਤੋਂ ਜ਼ਿਆਦਾ ਟਾਈਮ US ਵੀਜ਼ਾ ਵੇਟ ਟਾਈਮ ਹੈ। ਜੋ ਬਾਈਡਨ ਸਾਹਿਬ ਨੂੰ ਵੀ ਘੇਰਿਆ ਉਹਨਾਂ ਦੇ ਸੰਸਦਾਂ ਨੇ ਬਈ ਇਹਦੇ ਉੱਤੇ ਕੰਮ ਕਰੋ। ਸਾਡਾ ਬਹੁਤ ਵਧੀਆ ਭਾਈਵਾਲ ਹੈ ਭਾਰਤ ਔਰ ਜੀਓਪੋਲੀਟੀਕਲ ਮੈਟਰਸ ਜਿੱਥੋਂ ਤੱਕ ਸੰਬੰਧ ਰੱਖਦੇ ਨੇ ਸਾਡਾ ਬਹੁਤ ਵਧੀਆ ਫਿਊਚਰ ਹੋ ਸਕਦਾ ਹੈ, ਸਾਡਾ ਬਿਜ਼ਨਸ ਬਹੁਤ ਵਧੀਆ ਹੋ ਸਕਦਾ ਹੈ, ਲੋਕਾਂ ਦਾ ਆਉਣਾ ਜਾਣਾ, ਹੋਰ ਲੋਕਾਂ ਦੇ ਇੱਥੇ ਆਉਣ ਦੀ ਸਹੂਲੀਅਤ ਬਹੁਤ ਵਧੀਆ ਹੋ ਸਕਦੀ ਹੈ ਅਤੇ ਉਹ ਅਮਰੀਕਾ ਦੀ ਇਕੋਨਮੀ ਨੂੰ ਬਹੁਤ ਜ਼ਿਆਦਾ ਬੂਸਟ ਕਰ ਸਕਦੇ ਨੇ। ਕਿਉਂਕਿ ਇੰਡੀਆ ਦਾ ਬ੍ਰੇਨ ਬਹੁਤ ਇੰਟੈਲੀਜੈਂਟ ਬ੍ਰੇਨ ਹੈ। ਇੱਥੇ ਸਟੂਡੈਂਟਸ ਆਉਂਦੇ ਨੇ, ਇੱਥੇ ਹੋਰ ਕਈ ਲੋਕ ਆ ਕੇ ਵਸੇ ਨੇ ਜੋ ਅਮਰੀਕਾ ਦੀ ਸਿਟੀਜ਼ਨਸ਼ਿਪ ਦੇ ਉੱਤੇ ਨੇ ਔਰ ਅਮਰੀਕਾ ਨੂੰ ਅੱਗੇ ਵਧਾਉਣ ਦੇ ਵਿੱਚ ਜਿਨ੍ਹਾਂ ਦਾ ਖਾਸ ਕੰਟਰੀਬਿਊਸ਼ਨਸ ਹੈ। ਔਰ ਇਹ ਹੈ ਸਾਡਾ NRI ਕਮਿਊਨਿਟੀ ਦਾ ਭਾਈਚਾਰਾ ਜੋ ਬਹੁਤ ਜ਼ਿਆਦਾ ਅਮਰੀਕਾ ਨੂੰ ਅੱਗੇ ਵਧਾ ਰਿਹਾ। ਇਸ ਕਰਕੇ ਇਸ ਦੇ ਉੱਤੇ ਗੱਲਬਾਤ ਹੋਣਾ ਲਾਜ਼ਮ ਹੈ। ਸੋ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਇਸ ਦੇ ਉੱਤੇ ਗੱਲਬਾਤ ਕਰ ਰਹੇ ਨੇ ਔਰ ਨਿਊ ਜਰਸੀ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਉਹਦੇ ਵਿੱਚ ਮੈਕਸੀਮਮ ਇੰਡੀਅਨ ਫੈਮਲੀਜ਼ ਰਹਿੰਦੀਆਂ ਨੇ, ਉਹਨਾਂ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਹੈ। ਹਾਲਾਂਕਿ ਇਸ ਗੱਲ ਦੀ ਤਾਰੀਫ ਵੀ ਹੁੰਦੀ ਹੈ ਕਿ B1 ਤੇ B2 ਵੀਜ਼ਾ ਦੇ ਵਿੱਚ ਕਾਫੀ ਕੰਮ ਹੋਇਆ ਹੈ। ਸਮੇਂ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲਗਭਗ 2/3 ਟਾਈਮ, 2/3 ਹਿੱਸਾ ਟਾਈਮ ਦਾ ਘਟਿਆ ਹੈ। ਇਸ ਕਰਕੇ ਲੋਕਾਂ ਦਾ ਇੰਤਜ਼ਾਰ ਘਟਿਆ ਹੈ। ਪਰ ਫਿਰ ਵੀ ਮੁੰਬਈ ਦੇ ਵਿੱਚ ਇਹ ਟਾਈਮ ਜੋ ਹੈ ਕਾਫੀ ਜ਼ਿਆਦਾ ਹੈ। 587 ਡੇਜ਼, 587 ਦਿਨ ਮੁੰਬਈ ਦਾ ਜੋ ਵੇਟ ਟਾਈਮ ਹੈ। ਸੋ ਇਸ ਦਾ ਜੋ ਅਸਰ ਹੈ ਬਿਜ਼ਨਸ ਰਿਲੇਸ਼ਨਸ ਦੇ ਉੱਤੇ ਵੀ ਪੈਂਦਾ ਹੈ। ਬਿਕਾਜ਼ ਮੁੰਬਈ ਭਾਰਤ ਦਾ ਇੱਕ ਇੰਡਸਟਰੀਅਲ ਟਾਊਨ ਗਿਣਿਆ ਜਾਂਦਾ ਹੈ, ਬਿਜ਼ਨਸ ਸੈਂਟਰ ਗਿਣਿਆ ਜਾਂਦਾ ਹੈ, ਕਿਉਂਕਿ ਉੱਥੋਂ ਹੀ ਸਾਰੀ ਸ਼ੇਅਰ ਮਾਰਕੀਟ ਕੰਟਰੋਲ ਹੁੰਦੀ ਹੈ ਇੰਡੀਆ ਦੀ। ਇਸ ਕਰਕੇ ਇਸ ਚੀਜ਼ ਦੇ ਉੱਤੇ ਕਾਫੀ ਤਵੱਜੋ ਦੇਣ ਦੀ ਲੋੜ ਹੈ। ਅਤੇ 21ਵੀਂ ਸਦੀ ਦੇ ਵਿੱਚ ਜਿਸ ਤਰ੍ਹਾਂ ਆਰਥਿਕ ਸੰਧੀਆਂ ਹੋ ਰਹੀਆਂ ਨੇ ਭਾਰਤ ਅਤੇ ਅਮਰੀਕਾ ਦੇ ਵਿੱਚ, ਰਾਜਨੀਤਿਕ ਸੰਧੀਆਂ ਹੋ ਰਹੀਆਂ ਨੇ, ਇੰਟਰਨੈਸ਼ਨਲ ਐਂਡ ਇੰਟਰਨਲ ਐਂਡ ਐਕਸਟਰਨਲ ਸਿਕਿਉਰਿਟੀ, ਬਾਰਡਰ ਸਿਕਿਉਰਿਟੀਜ਼ ਨੂੰ ਲੈ ਕੇ ਗੱਲਾਂ ਹੋ ਰਹੀਆਂ ਨੇ, ਟੈਰਰਿਜ਼ਮ ਦੇ ਉੱਤੇ ਕਿੱਦਾਂ ਨਕੇਲ ਪਾਈ ਜਾਵੇ, ਕਿੱਦਾਂ ਪਾਬੰਦੀ ਲਗਾਈ ਜਾਵੇ, ਇਸ ਦੇ ਉੱਤੇ ਗੱਲਬਾਤ ਹੋ ਰਹੀ ਹੈ। ਐਨਵਾਇਰਨਮੈਂਟ ਦੇ ਉੱਤੇ ਗੱਲਬਾਤ ਹੋ ਰਹੀ ਹੈ। ਇੰਡੀਆ ਐਂਡ ਅਮਰੀਕਾ ਕਾਫੀ ਨਜ਼ਦੀਕ ਆ ਰਹੇ ਨੇ। ਉਸ ਨੂੰ ਦੇਖਦੇ ਹੋਏ ਇਹ ਵੀਜ਼ਾ ਵੇਟ ਟਾਈਮ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਇਹ तमाम ਗੱਲਾਂ ਹੋ ਰਹੀਆਂ ਨੇ ਔਰ ਹੋਪਫੁਲੀ ਇਸ ਦੇ ਉੱਤੇ ਕੰਟਰੋਲ ਹੋਵੇ। ਜਿਵੇਂ 2/3 ਟਾਈਮ ਇਸ ਨੂੰ ਕੰਟਰੋਲ ਕੀਤਾ ਗਿਆ ਹੈ, ਹੋਰ ਵੀ ਜ਼ਿਆਦਾ ਇਹ ਘੱਟ ਟਾਈਮ ਹੋਵੇ ਤਾਂ ਕਿ ਇਹ ਰਿਲੇਸ਼ਨਸ ਹੋਰ ਜ਼ਿਆਦਾ ਅੱਗੇ ਵਧਣ। ਸੋ ਬਾਈਡਨ ਸਾਹਿਬ ਆਸ਼ਵਾਸਨ ਦੇ ਰਹੇ ਨੇ ਆਪਣੇ ਸੰਸਦਾਂ ਨੂੰ ਕਿ ਮੈਂ ਇਹਦੇ ਉੱਤੇ ਪਰਸਨਲੀ ਗੌਰ ਕਰ ਰਿਹਾ ਕਿ ਕਿਵੇਂ ਇਹ ਟਾਈਮ ਘੱਟ ਤੋਂ ਘੱਟ ਹੋਰ ਕੀਤਾ ਜਾਵੇ ਤਾਂ ਕਿ ਜੋ ਇੰਡੀਅਨ ਲੋਕ ਆ ਕੇ ਵਸਣਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਖਾਸ ਸਹੂਲਤ ਮਿਲੇ ਔਰ ਇਸ ਪ੍ਰੋਸੀਜਰ ਨੂੰ ਹੋਰ ਆਸਾਨ ਕੀਤਾ ਜਾਵੇ, ਇੰਟਰਵਿਊਜ਼ ਨੂੰ ਹੋਰ ਵੀ ਕੰਫਰਟੇਬਲ ਕੀਤਾ ਜਾਵੇ। ਯਾਨੀ ਕਿ ਕੰਫਰਟ ਜ਼ੋਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਭਾਰਤੀ ਲੋਕ ਜੋ ਅਮਰੀਕਾ ਦੇ ਵਿੱਚ ਆ ਕੇ ਸੈਟਲ ਹੋਣਾ ਚਾਹੁੰਦੇ ਨੇ, ਸਟੂਡੈਂਟਸ ਵੀ ਨੇ, ਕਈ ਤਰ੍ਹਾਂ ਦੇ ਬਿਜ਼ਨਸ ਨੂੰ ਲੈ ਕੇ, ਕੁਝ ਬਿਜ਼ਨਸ ਆਈਡੀਆਜ਼ ਨੂੰ ਲੈ ਕੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਫੁੱਲ ਸਪੋਰਟ ਦਿੱਤੀ ਜਾ ਸਕੇ ਤਾਂ ਕਿ ਅਸੀਂ ਫਿਊਚਰ ਦੇ ਵਿੱਚ ਹੋਰ ਨਜ਼ਦੀਕ ਆਈਏ। ਸੋ ਬਾਈਡਨ ਸਾਹਿਬ ਇੱਕ ਪੋਜ਼ੀਟਿਵ ਸਾਈਨ ਦੇ ਰਹੇ ਨੇ ਔਰ ਇਸ ਸਾਈਨ ਦੇ ਨਾਲ ਅਸੀਂ ਵੀ ਹੋਪਫੁਲ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਦੈਟ ਇਜ਼ ਅਮਰੀਕਾ ਐਂਡ ਦੁਨੀਆ ਦੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਦੈਟ ਇਜ਼ ਇੰਡੀਆ ਮਿਲ ਕੇ ਇੱਕ ਨਵੀਂ ਐਗਜ਼ਾਮਪਲ ਸੈੱਟ ਕਰਨਗੇ ਦੁਨੀਆ ਦੇ ਸਾਹਮਣੇ ਕਿ ਇੰਟਰਨੈਸ਼ਨਲ ਰਿਲੇਸ਼ਨਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਫੋਰਨ ਪਾਲਿਸੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਅਤੇ ਦੋਵਾਂ ਦੇਸ਼ਾਂ ਦੇ ਆਪਸ ਦੇ ਜੋ ਵੀਜ਼ਾ ਟਾਈਮਸ ਨੇ ਉਹਦੀ ਲਿਮਿਟ ਕਿੰਨੀ ਹੋਣੀ ਚਾਹੀਦੀ ਹੈ। ਸੋ ਹੋਪਫੁਲੀ
ਫੋਰ ਅ ਬੈਟਰ ਫਿਊਚਰ। ਲੈਟ ਅਸ ਹੋਪ ਆਪਾਂ ਅੱਗੇ ਵਧੀਏ ਪੰਜਾਬ ਦੇ ਭਾਰਤ ਦੇ ਮੁੱਦੇ ਵੱਲ। ਔਰ ਇਸ ਮੁੱਦੇ ਦੇ ਉੱਤੇ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜੋ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਜਿਹਦੇ ਬਾਰੇ ਅਮਰੀਕਾ ਵੀ ਸੋਚਦਾ ਹੈ ਕਿ ਇਟ ਇਜ਼ ਦ ਲਾਰਜੈਸਟ ਡੈਮੋਕ੍ਰੇਸੀ, ਉਸ ਡੈਮੋਕ੍ਰੇਸੀ ਨੂੰ ਭਾਰਤ ਦੇ ਅੰਦਰ ਕੀ ਰਿਸਕ ਨੇ, ਕੀ ਚੁਣੌਤੀਆਂ ਨੇ, ਔਰ ਕਿਆ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਡੈਮੋਕ੍ਰੇਸੀ ਡਿਕਟੇਟਰਸ਼ਿਪ ਦੇ ਵਿੱਚ ਬਦਲਣ ਲੱਗੀ ਹੈ। ਇਸ ਕਰਕੇ ਭਾਰਤ ਦੇ ਨਾਗਰਿਕਾਂ ਨੂੰ ਖਾਸ ਤਵੱਜੋ ਦੇਣੀ ਚਾਹੀਦੀ ਹੈ, ਅਲਰਟ ਹੋਣਾ ਚਾਹੀਦਾ ਹੈ ਕਿ ਕਿੱਦਾਂ ਆਪਣੇ ਡੈਮੋਕ੍ਰੇਸੀ ਨੂੰ ਬਚਾ ਕੇ ਰੱਖਣ। ਔਰ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਇੰਡੀਆ ਔਰ ਦੁਨੀਆ ਦੀ ਓਲਡੈਸਟ ਡੈਮੋਕ੍ਰੇਸੀ ਅਮਰੀਕਾ ਮਿਲ ਕੇ ਇੱਕ ਨਵਾਂ ਫਿਊਚਰ ਸ਼ੁਰੂ ਕਰਨ ਜੋ ਦੁਨੀਆ ਵਾਸਤੇ ਫਾਇਦੇਮੰਦ ਸਾਬਿਤ ਹੋਵੇ, ਹਿਊਮਨ ਕਾਈਂਡ ਵਾਸਤੇ ਫਾਇਦੇਮੰਦ ਸਾਬਿਤ ਹੋਵੇ, ਹਿਊਮਨ ਵੈਲਫੇਅਰ ਉਹਦੇ ਵਿੱਚ ਪੂਰੀ ਤਰ੍ਹਾਂ ਹੋਣਾ ਚਾਹੀਦਾ ਹੈ। ਆਓ ਹੁਣ ਵੱਧਦੇ ਹਾਂ ਅੱਜ ਦੇ ਮੁੱਦੇ ਦੇ ਉੱਤੇ। ਅੱਜ ਦਾ ਮੁੱਦਾ ਇਹ ਹੈ ਕਿ ਆਰਟੀਕਲ 239A 3A ਕਨਸਟੀਟਿਊਸ਼ਨ ਆਫ ਇੰਡੀਆ, ਉਹਦੇ ਵਿੱਚ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀਆਂ ਪਾਵਰਸ ਬਾਰੇ ਮੈਂਸ਼ਨ ਕੀਤਾ ਗਿਆ ਕਿ ਲੈਂਡ, ਪਬਲਿਕ ਆਰਡਰ ਤੇ ਪੁਲਿਸ, ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚ ਲੈਫਟੀਨੈਂਟ ਗਵਰਨਰ ਦਿੱਲੀ ਸੈਂਟਰਲ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ ਸਪੈਸ਼ਲ ਸਿਚੁਏਸ਼ਨਸ ਦੇ ਵਿੱਚ। ਔਰ ਬਾਕੀ ਸਾਰੀਆਂ ਐਗਜ਼ੀਕਿਊਟਿਵ ਅਤੇ ਲੈਜਿਸਲੇਟਿਵ ਪਾਵਰਸ ਰਹਿਣਗੀਆਂ ਦਿੱਲੀ ਗਵਰਨਮੈਂਟ ਕੋਲ, ਜਿਹੜੀ ਲੋਕਾਂ ਨੇ ਚੁਣੀ ਸਰਕਾਰ ਹੈ, ਯਾਨੀ ਕਿ ਕੇਜਰੀਵਾਲ ਸਾਹਿਬ ਕੋਲ, ਯਾਨੀ ਕਿ ਆਮ ਆਦਮੀ ਦੀ ਸਰਕਾਰ ਕੋਲ। ਪਰ ਇੱਕ ਨਵਾਂ ਆਰਡੀਨੈਂਸ ਲੈ ਕੇ ਆ ਰਹੇ ਨੇ ਕੇਂਦਰ ਸਰਕਾਰ, ਉਹਦੇ ਵਿੱਚ ਲੈਫਟੀਨੈਂਟ ਗਵਰਨਰ ਦੀਆਂ ਪਾਵਰਸ ਵਧਾਈਆਂ ਜਾ ਰਹੀਆਂ ਨੇ ਔਰ ਇੱਕ ਬੋਡੀ ਬਣਾਈ ਜਾਏਗੀ, ਇੱਕ ਕਮੇਟੀ ਬਣਾਈ ਜਾਏਗੀ, ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ, ਜਿਹਦੇ ਵਿੱਚ ਚੀਫ ਮਿਨਿਸਟਰ ਹੋਣਗੇ, ਜਿਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਹੋਣਗੇ ਹੋਮ, ਤੇ ਜਿਹਦੇ ਵਿੱਚ ਚੀਫ ਸੈਕਟਰੀ ਹੋਣਗੇ। ਇਹ ਤਿੰਨੋਂ ਮਿਲ ਕੇ ਲੈਫਟੀਨੈਂਟ ਗਵਰਨਰ ਨੂੰ ਸੁਜੈਸ਼ਨਸ ਦੇਣਗੇ ਕਿ ਉਹ ਕਿਸ ਤਰ੍ਹਾਂ ਸਾਰੀਆਂ ਪਾਵਰਸ ਦਾ ਇਸਤੇਮਾਲ ਕਰਕੇ ਨਵੇਂ ਡਿਸੀਜ਼ਨ ਲੈਣ ਦਿੱਲੀ ਵਾਸਤੇ। ਯਾਨੀ ਕਿ ਸੀਐਮ ਦੀ ਸਾਰੀ ਪਾਵਰ ਜਿਹੜੀ ਹੈ ਇਹ ਤਿੰਨਾਂ ਪਰਸਨਸ ਕੋਲ ਚਲੀ ਜਾਏਗੀ, ਇਸ ਬੋਡੀ ਕੋਲ ਚਲੀ ਜਾਏਗੀ, ਤਾਂ ਉਹ ਬੋਡੀ ਲੈਫਟੀਨੈਂਟ ਗਵਰਨਰ ਨੂੰ ਸੁਜੈਸ਼ਨਸ ਦੇਗੀ, ਸਲਾਹ ਦੇਗੀ ਔਰ ਫਾਈਨਲ ਡਿਸੀਜਨ ਹੋਏਗਾ ਲੈਫਟੀਨੈਂਟ ਗਵਰਨਰ ਦਾ। ਤਿੰਨ ਬੰਦੇ ਬੈਠਣਗੇ ਕਮੇਟੀ ਦੇ ਵਿੱਚ, ਚੀਫ ਮਿਨਿਸਟਰ, ਚੀਫ ਸੈਕਟਰੀ, ਪ੍ਰਿੰਸੀਪਲ ਸੈਕਟਰੀ, ਔਰ ਤਿੰਨਾਂ ਦੀ ਵੋਟਿੰਗ ਹੋਏਗੀ ਕਿਸੇ ਵੀ ਮੁੱਦੇ ਦੇ ਉੱਤੇ। ਜੇ ਮੰਨ ਲਓ ਕਿਸੇ ਮੁੱਦੇ ਦੇ ਉੱਤੇ ਚੀਫ ਮਿਨਿਸਟਰ ਸਹਿਮਤ ਨਹੀਂ ਹੈਗੇ ਤੇ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਸਹਿਮਤ ਨੇ, ਤਾਂ ਉਹ ਦੋਵਾਂ ਦੀ ਵੋਟ ਕੰਸੀਡਰ ਕੀਤੀ ਜਾਏਗੀ, ਉਹਨਾਂ ਦੋਵਾਂ ਦੀ ਵੋਟ ਦੇ ਉੱਤੇ ਫੈਸਲਾ ਹੋਏਗਾ। ਚੀਫ ਮਿਨਿਸਟਰ ਦੀ ਵੋਟ ਦੀ ਕੋਈ ਵੈਲਿਊ ਨਹੀਂ ਹੋਏਗੀ। ਇਸ ਤਰ੍ਹਾਂ ਲੈਫਟੀਨੈਂਟ ਗਵਰਨਰ ਦੀਆਂ ਪਾਵਰਸ ਵਧਾ ਦਿੱਤੀਆਂ ਜਾਣਗੀਆਂ। ਇਹ ਨਵਾਂ ਆਰਡੀਨੈਂਸ ਲੈ ਕੇ ਆ ਰਹੀ ਹੈ ਗਵਰਨਮੈਂਟ, ਸੈਂਟਰ ਗਵਰਨਮੈਂਟ। ਤੇ ਸਾਰੀਆਂ ਸਟੇਟ ਗਵਰਨਮੈਂਟਸ ਦੇ ਜਿਹੜੇ ਸੀਐਮ ਨੇ ਕੇਜਰੀਵਾਲ ਸਾਹਿਬ ਦੇ ਮੁਤਾਬਿਕ ਉਹ ਇਕੱਠੇ ਹੋ ਜਾਣ, ਕਿਉਂਕਿ ਇਸ ਤਰ੍ਹਾਂ ਸੈਂਟਰ ਗਵਰਨਮੈਂਟ ਸਾਰੀ ਪਾਵਰ ਆਪਣੇ ਹੱਥ 'ਚ ਲੈ ਕੇ ਪੂਰੇ ਇੰਡੀਆ ਨੂੰ ਆਪਣੇ ਅੰਡਰ ਲੈ ਕੇ ਆਉਣਾ ਚਾਹੁੰਦੀ ਹੈ, ਆਪਣੇ ਕੰਟਰੋਲ 'ਚ ਲੈ ਕੇ ਆਉਣਾ ਚਾਹੁੰਦੀ ਹੈ। ਔਰ ਲੋਕਾਂ ਦੀ ਚੁਣੀ ਹੋਈ ਸਰਕਾਰ ਭਾਵੇਂ ਉਹ ਕਿਸੇ ਵੀ ਸੂਬੇ ਦੀ ਹੋਵੇ, ਉਹਦੀ ਕੋਈ ਵੈਲਿਊ ਨਹੀਂ ਰਹਿ ਜਾਏਗੀ, ਕਿਉਂਕਿ ਇਹ ਦਿੱਲੀ ਤੋਂ ਸ਼ੁਰੂ ਹੋਏਗਾ ਕੰਮ, ਇਹ ਪੂਰੇ ਭਾਰਤ ਵਿੱਚ ਫੈਲ ਜਾਏਗਾ। ਇਹ ਹੈ ਇੱਕ ਅੱਜ ਦਾ ਮੁੱਦਾ। ਤੇ ਇਹਦਾ ਇੱਕ ਸੈਕਿੰਡ ਪਾਰਟ ਇਹ ਹੈ ਕਿ ਜੋ ਜੰਮੂ ਕਸ਼ਮੀਰ ਦੇ ਐਕਸ ਗਵਰਨਰ ਨੇ ਸਤਿਆਪਾਲ ਮਲਿਕ ਜੀ, ਪਹਿਲਾਂ ਵੀ ਆਪਣੀਆਂ ਸਟੇਟਮੈਂਟਸ ਕਰਕੇ ਕਾਫੀ ਨਿਊਜ਼ ਦੇ ਵਿੱਚ ਰਹਿੰਦੇ ਨੇ। ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਕਿ ਜੇ 2024 ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਨਾ ਹਰਾਇਆ ਤੇ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਨ ਤੋਂ ਨਾ ਰੋਕਿਆ ਗਿਆ, ਤਾਂ ਫਿਰ ਹੋ ਸਕਦਾ ਕਿ 2029 ਦੇ ਵਿੱਚ ਚੋਣਾਂ ਹੋਣ ਹੀ ਨਾ, ਕਿਉਂਕਿ ਫਿਰ ਪੂਰੀ ਤਰ੍ਹਾਂ ਤੋਂ ਬੀਜੇਪੀ ਕੇਂਦਰ ਦੇ ਵਿੱਚ ਸਥਾਪਿਤ ਹੋ ਜਾਏਗੀ ਤੇ ਅਗਲੀਆਂ ਚੋਣਾਂ ਹੋਣ ਹੀ ਨਹੀਂ ਦਿੱਤੀਆਂ ਜਾਣਗੀਆਂ। ਪੂਰੀ ਤਰ੍ਹਾਂ ਸੱਤਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੋ ਜਾਏਗਾ। ਡੈਮੋਕ੍ਰੇਸੀ, ਲੋਕਤੰਤਰ ਅੰਤ ਵੱਲ ਵਧ ਰਿਹਾ ਹੈ। ਇਹ ਸਤਿਆਪਾਲ ਮਲਿਕ ਜੀ ਦੀ ਸਟੇਟਮੈਂਟ ਹੈ। ਇਹ ਦੋ ਹਿੱਸਿਆਂ ਦੇ ਵਿੱਚ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਵੰਡਿਆ ਹੈ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਸ਼੍ਰੀ ਪਿਆਰੇ ਲਾਲ ਗਰਗ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ ਗਰਗ ਸਾਹਿਬ। ਸ਼ੁਕਰੀਆ ਜੀ ਬਹੁਤ ਬਹੁਤ। ਡਾਕਟਰ ਸਾਹਿਬ, ਅਸੀਂ ਪਹਿਲਾਂ ਤੁਹਾਡੇ ਕੋਲੋਂ ਸਮਝਣਾ ਇਹ ਚਾਹੁੰਦੇ ਹਾਂ, ਕਿਉਂਕਿ ਇਹ ਦੋ ਹਿੱਸਿਆਂ 'ਚ ਪ੍ਰੋਗਰਾਮ ਅਸੀਂ ਵੰਡਿਆ ਹੈ। ਪਹਿਲਾ ਹਿੱਸਾ ਇਹ ਹੈ ਕਿ ਜਿਹੜਾ ਇਹ ਆਰਡੀਨੈਂਸ ਹੈ ਇਹ ਹੈ ਕੀ? ਕਹਿੰਦੇ ਨੇ ਕਿ ਸੁਪਰੀਮ ਕੋਰਟ ਤੋਂ ਅੱਗੇ ਵੱਧ ਕੇ ਕੇਂਦਰ ਸਰਕਾਰ ਆਪਣੀਆਂ ਪਾਵਰਸ ਦਾ ਇਸਤੇਮਾਲ ਕਰ ਰਹੀ ਹੈ। ਸੁਪਰੀਮ ਕੋਰਟ ਨੂੰ ਕੁਝ ਵੀ ਨਹੀਂ ਸਮਝ ਰਹੀ। ਗੱਲ ਇਹ ਹੈ ਵੀ ਦਿੱਲੀ ਦਾ ਜਿਹੜਾ ਸਟੇਟ ਬਣੀ ਉਹ ਭਾਵੇਂ ਕਿ ਬਾਕੀ ਸਟੇਟਾਂ ਦੇ ਬਰਾਬਰ ਨਹੀਂ, 239 ਦੇ ਅੰਡਰ ਦਿੱਲੀ ਦੇ ਵਿੱਚ ਡਿਫਾਈਨ ਕਰਿਆ ਗਿਆ ਕਿ ਦਿੱਲੀ 'ਚ ਤਿੰਨ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰਾ ਉਹ ਸਟੇਟ ਦੀ ਤਰ੍ਹਾਂ ਬਿਹੇਵ ਕਰੇਗਾ। ਸਟੇਟ ਦੀਆਂ ਤਿੰਨ ਮਦਾਂ ਛੱਡ ਕੇ ਬਾਕੀ ਸਾਰੀਆਂ ਮਦਾਂ ਦੇ ਉੱਤੇ ਉਹ ਸਟੇਟ ਦੀ ਤਰ੍ਹਾਂ ਉੱਥੋਂ ਦੀ ਅਸੈਂਬਲੀ ਕੰਮ ਕਰੇਗੀ।
ਜੀ ਉਹ ਸਟੇਟ ਦੇ ਰਾਈਟਸ ਨੇ, ਸਟੇਟ ਲਿਸਟ ਦੇ ਵਿੱਚ ਨੇ, 3 ਲਿਸਟਾਂ ਨੇ ਸਾਡੇ ਸੰਵਿਧਾਨ ਦੇ ਵਿੱਚ। ਇੱਕ ਕੇਂਦਰ ਦੀ ਲਿਸਟ ਹੈ, ਇੱਕ ਸੂਬਿਆਂ ਦੀ ਲਿਸਟ ਹੈ, ਇੱਕ ਸਾਂਝੀ ਸੂਚੀ ਕਹਿੰਦੇ ਨੇ। ਵੈਸੇ ਕਈ ਉਹਨੂੰ ਸਮਵਰਤੀ ਸੂਚੀ ਵੀ ਕਹਿੰਦੇ ਨੇ। ਤੇ ਸਮਵਰਤੀ ਇਸ ਕਰਕੇ ਕਹਿੰਦੇ ਨੇ ਵੀ ਉਹ ਵੀ ਕਾਨੂੰਨ ਬਣਾ ਸਕਦਾ, ਉਹ ਵੀ ਬਣਾ ਸਕਦਾ ਹੈ, ਪਰ ਕੇਂਦਰ ਦਾ ਕਾਨੂੰਨ ਹੈ ਜਿਹੜਾ ਉਹ ਉੱਪਰ ਰਹੇਗਾ, ਜੇ ਸੂਬੇ ਦਾ ਕਾਨੂੰਨ ਉਹਦੇ ਉਲਟ ਨਹੀਂ ਹੋ ਸਕਦਾ। ਜੀ ਸੋ ਉਹਦੇ ਵਿੱਚ ਪਹਿਲਾਂ ਜਦ ਇਹ ਕੇਜਰੀਵਾਲ ਸਰਕਾਰ ਆਈ ਹੈ, ਹਾਰ ਹੀ ਗਏ ਬਾਰ-ਬਾਰ ਬੀਜੇਪੀ, ਤਾਂ ਇਹਨਾਂ ਨੇ ਲਿਆਂਦਾ ਤੇ ਪਾਸ ਕਰ ਦਿੱਤਾ ਕਿ ਜੀ ਸਾਰੇ ਜਿਹੜੀ ਸਰਕਾਰ ਦੀ ਇੱਕ ਡੈਫੀਨੇਸ਼ਨ ਪਾਸ ਕਰਤੀ, ਕਿਉਂਕਿ ਜਿਹੜੇ ਰੂਲਸ ਆਫ ਬਿਜ਼ਨਸ ਹੁੰਦੇ ਨੇ ਉੱਤੇ ਲਿਖਿਆ ਹੁੰਦਾ ਸਰਕਾਰ, ਵਟ ਇਜ਼ ਗਵਰਨਮੈਂਟ। ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਕਰ ਦਿੱਤੀ ਕਿ ਗਵਰਨਮੈਂਟ ਦਾ ਮਤਲਬ ਲੈਫਟੀਨੈਂਟ ਗਵਰਨਰ, ਗਵਰਨਮੈਂਟ ਮੀਨ ਅਸੈਂਬਲੀ ਨਹੀਂ ਹੈ, ਗਵਰਨਮੈਂਟ ਮੀਨ ਦਾ ਲੈਫਟੀਨੈਂਟ ਗਵਰਨਰ। ਨਹੀਂ ਤਾਂ ਸਾਡੇ ਸੰਵਿਧਾਨ ਦੇ ਮੁਤਾਬਕ ਜਿਹੜੀ ਸਰਕਾਰ ਹੈ, ਇੱਕ ਵਾਰੀ ਮੇਰੀ ਅਸੀਂ ਕੋਈ ਕਰ ਰਹੇ ਸੀ ਇਸ਼ੂ ਦੇ ਉੱਤੇ ਡਿਸਕਸ, ਤਾਂ ਕਹਿਣ ਲੱਗੇ ਨਹੀਂ ਸਰਕਾਰ। ਮੈਂ ਕਿਹਾ ਤੁਹਾਨੂੰ ਕਿਹਨੇ ਕਹਤਾ ਸਰਕਾਰ ਹੈ? ਉਹਨਾਂ ਨੇ ਕਿਸੇ ਡਿਪਟੀ ਸੈਕਟਰੀ ਨੇ ਕੋਈ ਚਿੱਠੀ ਕੱਢੀ ਹੋਈ ਸੀ, ਕਹਿੰਦੇ ਸਰਕਾਰ ਦੀ ਚਿੱਠੀ। ਮੈਂ ਕਿਹਾ ਕੋਈ ਸਰਕਾਰ ਦੀ ਚਿੱਠੀ ਨਹੀਂ, ਡਿਪਟੀ ਸੈਕਟਰੀ ਨੇ ਚਿੱਠੀ ਕੱਢੀ ਹੈ, ਇਹਨੇ ਕਿੱਥੇ ਲਿਆ ਸਰਕਾਰ ਦੀ ਮਨਜ਼ੂਰੀ ਦਿਖਾਵੇ। ਉਹ ਜਿਹੜੇ ਸੀ ਫੰਡਾਮੈਂਟਲ ਰਾਈਟ ਦੇ ਉੱਤੇ ਕਰ ਮਿਲਾਉਣਾ ਸੀ ਬੰਦੇ ਦੀ ਤੁਰਨ ਫਿਰਨ ਦੇ ਉੱਤੇ, ਕਿ ਇੱਥੇ ਇਹਨੂੰ ਐਂਟਰ ਨਹੀਂ ਹੋਣ ਦੇਣਾ ਹਸਪਤਾਲ ਦੇ ਵਿੱਚ। ਤੇ ਨੈਚੁਰਲੀ ਹਸਪਤਾਲ 'ਚ ਐਂਟਰੀ ਕਰਨਾ ਜਿਹੜਾ ਬੈਨ, ਉਹ ਕਹਿਣ ਲੱਗੇ ਵੀ ਫਿਰ ਕਿਵੇਂ? ਉਹ ਦੱਸਿਆ ਉਹਨਾਂ ਨੂੰ ਵੀ ਨਹੀਂ ਇਸ ਤਰ੍ਹਾਂ ਨਹੀਂ, ਤਾਂ ਮੈਜਿਸਟ੍ਰੇਟ ਦਾ ਰੋਕ ਸਕਦਾ ਹੈ, ਕਿ ਜਾਂ ਫਿਰ ਤੁਸੀਂ ਕੇਸ ਕਰੋ ਜੇ ਤੁਹਾਡੇ 'ਚ ਆ ਕੇ ਕੋਈ ਹਮਲਾ ਕਰਦਾ ਹੈ। ਤੁਸੀਂ ਐਂ ਨਹੀਂ ਆ ਵੀ ਆਪਣੀ ਮਰਜ਼ੀ ਨਾਲ ਹੀ ਬੰਦ ਕਰ ਦੋਗੇ, ਤੁਸੀਂ ਨਹੀਂ ਲੰਘ ਸਕਦੇ, ਇੱਥੇ ਹਸਪਤਾਲ 'ਚ ਕੋਈ ਆ ਨਹੀਂ ਸਕਦਾ, ਇਹੋ ਜਿਹਾ ਕੰਮ ਨਹੀਂ ਤੁਸੀਂ ਕਰ, ਤੁਹਾਡੇ ਕੋਲ ਪਾਵਰ ਹੀ ਨਹੀਂ ਹੈ। ਸੋ ਇਹਨਾਂ ਨੇ ਜਿਹੜਾ ਸੀ ਸਰਕਾਰ, ਫਿਰ ਕਹਿੰਦੇ ਸਰਕਾਰ ਕੀ ਹੁੰਦੀ ਹੈ? ਮੈਂ ਕਿਹਾ ਸਰਕਾਰ ਕੌਂਸਲ ਆਫ ਮਿਨਿਸਟਰ ਹੁੰਦੀ ਹੈ, ਜਿਹੜੀ ਚੁਣੀ ਹੋਈ ਸਰਕਾਰ ਹੋਵੇ। ਤੇ ਜੇ ਗਵਰਨਰ ਦਾ ਪ੍ਰੈਜ਼ੀਡੈਂਟ ਰੂਲ ਹੋਵੇ ਤਾਂ ਗਵਰਨਰ ਇਨ ਕਾਉਂਸਲ, ਉਹਦੇ ਨਾਲ ਐਡਵਾਈਜ਼ਰ ਹੁੰਦੇ ਨੇ, ਗਵਰਨਰ ਇਨ ਕਾਉਂਸਲ ਕਹਿੰਦੇ ਨੇ ਉਹਨੂੰ, ਉਹ ਸਰਕਾਰ ਹੁੰਦੀ ਹੈ। ਗਵਰਨਰ ਵੀ ਸਰਕਾਰ ਉਦੋਂ ਵੀ ਨਹੀਂ ਗਵਰਨਰ ਸਰਕਾਰ ਹੁੰਦਾ। ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਸੀ, ਪਰ ਇਹਨਾਂ ਨੇ ਲੈਫਟੀਨੈਂਟ ਗਵਰਨਰ ਨੂੰ ਸਰਕਾਰ ਬਣਾਤਾ ਦਿੱਲੀ ਦੀ। ਉਹ ਸੁਪਰੀਮ ਕੋਰਟ ਨੇ ਉਹਨੂੰ ਰੱਦ ਕਰਤਾ ਵੀ ਨਹੀਂ, ਚੁਣੀ ਹੋਈ ਸਰਕਾਰ ਹੀ ਸਰਕਾਰ ਹੈ, ਲੈਫਟੀਨੈਂਟ ਗਵਰਨਰ ਸਰਕਾਰ ਨਹੀਂ ਹੈ। ਇਹ ਸੰਵਿਧਾਨ ਦੀ ਮੂਲ ਧਾਰਾ ਦੇ ਉਲਟ ਹੈ। ਹੁਣ ਕਿਉਂਕਿ ਜਿਹੜੀ ਕੇਂਦਰ 'ਚ ਸਰਕਾਰ ਹੈ, ਉਹ ਤਾਂ ਮੂਲ ਧਾਰਾ ਨੂੰ ਤਾਂ ਕੋਈ, ਸੰਵਿਧਾਨ ਨੂੰ ਤਾਂ ਕੁਛ ਉਹਨਾਂ ਜ਼ੋਰ ਨਹੀਂ ਲਾ ਰਹੀ। ਉਹ ਤਾਂ ਸੰਵਿਧਾਨ ਨੂੰ ਹਰ ਤਰੀਕੇ ਦੇ ਨਾਲ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੀ ਹੈ, ਤੋੜ ਮਰੋੜ ਕਰਨਾ ਚਾਹੁੰਦੀ ਹੈ, ਤੇ ਕਰ ਰਹੀ ਹੈ। ਕੋਈ ਦੋ ਰਾਏ ਨਹੀਂ ਉਹਦੇ 'ਚ, ਸਾਹਮਣੇ ਦਿਖਦਾ ਸਭ ਕੁਛ। ਤੇ ਉਹਦੇ ਵਿੱਚ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਉਹਨਾਂ ਨੇ ਆਰਡੀਨੈਂਸ ਪਹਿਲਾਂ ਹੀ ਲਿਆਂਦਾ ਹੋਇਆ। ਇਹ ਆਰਡੀਨੈਂਸ ਅੱਜ ਨਹੀਂ ਆਉਣਾ, ਇਹ ਆਇਆ ਹੋਇਆ। ਇਸ ਆਰਡੀਨੈਂਸ ਨੂੰ 8 ਦਿਨ 10 ਦਿਨਾਂ ਬਾਅਦ ਹੀ ਫੈਸਲੇ ਤੋਂ 11 ਤਰੀਕ ਨੂੰ ਫੈਸਲਾ ਸੀ, 19 ਕਿ 20 ਨੂੰ ਇਹ ਆਰਡੀਨੈਂਸ ਲਾਇਆ ਸੀ। ਉਹਦੇ ਉੱਤੇ ਸਾਰੀਆਂ ਪਾਰਟੀਆਂ ਨੇ ਮੀਟਿੰਗ ਕਰਨੀ ਸੀ, ਜਿਹੜੀ ਮਮਤਾ ਬੈਨਰਜੀ ਕੋਲੇ ਬੰਗਾਲ ਦੇ ਵਿੱਚ ਨਿਤਿਸ਼ ਕੁਮਾਰ ਜੀ ਦੇ ਨਾਲ, ਬਿਹਾਰ ਦੇ ਨਾਲ ਰਲ ਕੇ, ਉਹ ਵੀ ਮੀਟਿੰਗ ਪੋਸਟਪੋਨ ਹੋਈ ਹੈ ਅਜੇ। ਕੇਜਰੀਵਾਲ ਜੀ ਨੇ ਦਿੱਲੀ ਵੀ ਕਰੀ ਹੈ, ਤੇ ਉਹਨਾਂ ਨੇ ਵੀ ਕਿਹਾ ਵੀ ਸਾਰੇ ਇਕੱਠੇ ਹੋਵੋ, ਨਹੀਂ ਤਾਂ ਤੁਹਾਡੀ ਵੀ ਵਾਰੀ ਆ ਜਾਣੀ ਹੈ। ਉਹ ਠੀਕ ਹੈ, ਕੇਜਰੀਵਾਲ ਜੀ ਹੁਣ ਕਹਿੰਦੇ ਨੇ, ਪਰ ਜਿੱਦਾਂ ਫਰੂਕ ਅਬਦੁੱਲਾ ਜੀ ਨੇ ਕਿਹਾ ਵੀ ਜਿੱਦਾਂ JNK ਤੋੜਿਆ ਸੀ, ਉਹਨੂੰ ਤਾਂ ਤੋੜਨਾ ਹੀ ਔਖਾ ਸੀ। ਦੂਜੀਆਂ ਸਟੇਟਾਂ ਤੋੜਨੀਆਂ ਬਹੁਤ ਸੌਖੀਆਂ ਨੇ, ਕਿਉਂਕਿ ਕੋਈ ਵੀ ਸਟੇਟ ਕੇਂਦਰ ਬਣਾ ਸਕਦਾ, ਕੋਈ ਵੀ ਤੋੜ ਸਕਦਾ। ਇਹ ਸੰਵਿਧਾਨ 'ਚ ਹੀ ਦਰਜ ਹੈ। ਪਰ ਜੰਮੂ ਐਂਡ ਕਸ਼ਮੀਰ ਦਾ 370 ਧਾਰਾ ਵੱਖਰੀ ਸੀ, 35 ਹੈ, ਉਹਨੂੰ ਤੋੜਤਾ। ਉਦੋਂ ਤਾਂ ਕਹਿੰਦਾ ਤੁਸੀਂ ਬੋਲਦੇ ਨਹੀਂ, ਹੁਣ ਤੁਸੀਂ ਆਪਦੇ ਬਾਰੇ ਚੀਕਾਂ ਮਾਰਦੇ ਹੋ। ਹਾਲਾਂਕਿ ਫਰੂਕ ਅਬਦੁੱਲਾ ਜੀ ਦੀ ਇੰਨੀ ਕੁ ਸਟੇਟਮੈਂਟ ਤਾਂ ਠੀਕ ਹੈ ਕਿ ਵੀ ਉਦੋਂ ਬੋਲੇ ਨਹੀਂ, ਪਰ ਹੁਣ ਚੀਕਾਂ ਮਾਰਨ ਤੋਂ ਰੋਕਣਾ ਨਹੀਂ ਚਾਹੀਦਾ, ਕਿਉਂਕਿ ਫਰੂਕ ਅਬਦੁੱਲਾ ਜੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਜੇ ਇੱਕ ਮਾੜਾ ਹੋ ਗਿਆ ਤਾਂ ਦੂਜਾ ਮਾੜਾ ਤਾਂ ਨਾ ਹੋਣ ਦਿਓ, ਉਹਨੂੰ ਤਾਂ ਰੋਕੋ। ਸੋ ਇਹਨਾਂ ਨੇ ਹੁਣ ਆਰਡੀਨੈਂਸ ਲਿਆਂਦਾ ਹੋਇਆ, ਉਹ ਤੁਸੀਂ ਪਹਿਲਾਂ ਦੱਸਤਾ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਉਹਦਾ ਮਤਲਬ ਕੀ ਹੋ ਗਿਆ? ਜੇ ਚੀਫ ਮਿਨਿਸਟਰ ਦੀ ਗੱਲ ਮੰਨੀ ਵੀ ਜਾਣੀ ਹੋਵੇ ਜੀ, ਤਾਂ ਵੀ ਕੌਂਸਲ ਮਿਨਿਸਟਰ ਤਾਂ ਕਿਧਰੇ ਗਈ, ਫਿਰ ਤਾਂ ਚੀਫ ਮਿਨਿਸਟਰ ਪਾਵਰਫੁਲ ਹੋ ਗਿਆ ਨਾ। ਮੰਨ ਲਓ ਚੀਫ ਮਿਨਿਸਟਰ ਉਹਦਾ ਚੇਅਰਮੈਨ ਬਣਾ ਦਿੰਦੇ। ਹਾਂਜੀ, ਸਾਡਾ ਸੰਵਿਧਾਨ ਚੀਫ ਮਿਨਿਸਟਰ ਨੂੰ ਵੀ ਪਾਵਰ ਨਹੀਂ ਦਿੰਦਾ ਇਕੱਲੇ ਨੂੰ ਜੀ, ਕੌਂਸਲ ਆਫ ਮਿਨਿਸਟਰ ਨੂੰ ਪਾਵਰ ਹੈ। ਸਰਕਾਰ ਦਾ ਮਤਲਬ ਕੌਂਸਲ ਆਫ ਮਿਨਿਸਟਰ। ਸੋ ਇਸ ਕਰਕੇ ਜਿਹੜੀ ਇਹ ਤੌਰ ਤਰੀਕਾ ਕਿ 3 ਹੋਣਗੇ, 2 ਨੌਕਰਸ਼ਾਹ ਹੋਣਗੇ, ਸਾਰੀ ਸਿਵਲ ਉਸ ਦੀ ਅਥਾਰਟੀ ਦੀ ਪਲੇਸਮੈਂਟ, ਪ੍ਰਮੋਸ਼ਨ, ਟਰਾਂਸਫਰ ਜੋ ਵੀ ਹੈ, ਸਾਰੇ ਮੈਟਰ ਉਹਦੇ ਕੋਲ ਹੋਣਗੇ, ਫਿਰ ਗੱਲ ਖਤਮ ਹੈ। ਸਰਕਾਰ ਉਹ ਚਲਾ ਰਿਹਾ ਗਵਰਨਰ ਸਾਹਿਬ। ਤੇ ਇਹ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਹੈ। ਇਹ ਉਹਨਾਂ ਨੇ ਇੰਟਰਪ੍ਰੀਟੇਸ਼ਨ ਦਿੱਤੀ ਹੈ ਸੰਵਿਧਾਨ ਦੀ। ਉਹਨਾਂ ਨੇ ਕੋਈ ਦਿੱਲੀ ਦਾ ਗੱਲ ਨਹੀਂ ਕਰੀ। ਉਹਨਾਂ ਨੇ ਆਖਿਆ ਸੰਵਿਧਾਨ ਇਹ ਕਹਿੰਦਾ ਹੈ ਕਿ ਜਿਹੜੀ ਚੁਣੀ ਹੋਈ ਸਰਕਾਰ ਹੈ ਉਹੀ ਸਰਕਾਰ ਹੈ, ਗਵਰਨਰ ਜਾਂ ਲੈਫਟੀਨੈਂਟ ਗਵਰਨਰ ਸਰਕਾਰ ਨਹੀਂ ਹੋ ਸਕਦੇ। ਇਸ ਕਰਕੇ ਰੱਦ ਕਰਿਆ ਜਾਂਦਾ ਉਹਨਾਂ ਦੀ ਨੋਟੀਫਿਕੇਸ਼ਨ ਕਿ ਲੈਫਟੀਨੈਂਟ ਗਵਰਨਰ ਹੀ ਸਰਕਾਰ ਹੋਏ, ਗਵਰਨਮੈਂਟ ਮੀਨਸ ਲੈਫਟੀਨੈਂਟ ਗਵਰਨਰ ਇਨ ਦਿੱਲੀ। ਨੋ, ਇਟ ਇਜ਼ ਰੋਂਗ। ਹੁਣ ਇਹਨਾਂ ਨੇ ਉਹ ਫੈਸਲੇ ਨੂੰ ਉਲਟਾਉਣ ਵਾਸਤੇ, ਹਾਲਾਂਕਿ ਜੇ ਉਸ ਫੈਸਲੇ ਨੂੰ ਇਹਨਾਂ ਨੇ ਹੋਰ ਤਰ੍ਹਾਂ ਨਿਰਸਤ ਕਰ ਸਕਦੇ ਸੀ, 2 ਤਰੀਕੇ ਸੀ ਇਹਨਾਂ ਕੋਲੇ। ਇੱਕ ਇਹ ਕਹਿ ਕੇ
ਕਿ ਦਿੱਲੀ ਕੇਂਦਰ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਡਿਗਨਿਟਰੀ ਨੇ, ਫਲਾਣਾ ਹੈ, ਦਿਸ ਹੈ, ਦੈਟ ਹੈ, ਇਹ ਦਿੱਲੀ ਦੀ ਸਰਕਾਰ ਠੀਕ ਨਹੀਂ ਚੱਲਦੀ, ਅਸੀਂ ਤਾਂ ਇੱਥੇ ਗਵਰਨਰ ਰੂਲ ਲਾਤਾ। ਜੀ ਦੂਜਾ ਇਹ ਕਿ ਇੱਥੇ ਗਵਰਨਰ, ਇਹ ਸਟੇਟ ਬਣ ਹੀ ਨਹੀਂ ਸਕਦੀ ਕਿਉਂਕਿ ਇੱਥੇ ਕੇਂਦਰ ਦਾ ਜ਼ਿਆਦਾ ਕੰਮ ਹੈ, ਇਸ ਕਰਕੇ ਇਹਨੂੰ ਸਟੇਟ ਨਹੀਂ ਬਣਾਉਣਾ, ਇਹਨੂੰ ਡਿਊਟੀ ਰੱਖਾਂਗੇ। ਉਹ ਦੋਹਾਂ ਚੋਂ ਕੁਝ ਵੀ ਕਰ ਸਕਦੇ ਸੀ, ਉਹ ਦੋਹੇ ਨਹੀਂ ਕਰੇ ਕਿਉਂਕਿ ਉਹ ਫਿਰ ਵੀ ਮਾੜਾ ਮੋਟਾ ਸੰਵਿਧਾਨਕ ਗੱਲ ਹੁੰਦੀ। ਇਹਨਾਂ ਨੇ ਇਹ ਵੀ ਕਿਉਂਕਿ ਇਹਨਾਂ ਸੁਪਰੀਮ ਕੋਰਟ ਨੂੰ ਵੀ ਹੁਣ ਇਹਨਾਂ ਦਾ ਫੈਸਲਾ ਇਹੀ ਲੱਗਦਾ ਹੈ ਮੋਟੇ ਤੌਰ 'ਤੇ। ਕੱਲ੍ਹ ਹੀ ਮੇਰੇ ਕੋਲ ਕੋਈ ਬਹੁਤ ਵੱਡਾ ਅਧਿਕਾਰੀ ਰਿਟਾਇਰ ਹੋਇਆ ਬੈਠਾ ਸੀ, ਇਹਨਾਂ ਨੇ ਹੁਣ ਇਹ ਸ਼ੁਰੂ ਕਰਿਆ ਹੋਇਆ ਵੀ ਸੁਪਰੀਮ ਕੋਰਟ ਦੇ ਸਾਰੇ ਜੱਜ ਮਾੜੇ ਨੇ, ਤੇ ਉਹ ਇਹੋ ਜਿਹੀਆਂ ਗੱਲਾਂ ਦੱਸ ਰਹੇ ਨੇ ਜਿਹਦੇ ਬਾਰੇ ਮਤਲਬ ਵੀ ਹਾਂ ਜੀ ਫਲਾਣਾ, ਜੋ ਤੁਸੀਂ ਕੋਈ ਕਹਾਣੀਆਂ ਜਿੰਨੀਆਂ ਮਰਜ਼ੀ ਬਣਾ ਦਿਓ, ਜਿੰਨੀਆਂ ਕਹਾਣੀਆਂ ਬਣਾ ਸਕਦੇ ਨੇ ਉਹਨਾਂ ਕੋਈ ਅੰਤ ਹੀ ਨਹੀਂ ਆ। ਉਹ ਅਫਵਾਹਾਂ, ਝੂਠ ਫਲਾਣਾ, ਗਲਤ ਬਿਆਨੀਆਂ ਕਰਨੀਆਂ ਵੀ ਉੱਥੇ ਤਾਂ ਜੋ ਨੋਟਾਂ ਦੇ ਥੰਬੇ ਪਏ ਹੁੰਦੇ ਨੇ, ਉਹ ਤਾਂ ਐਂ ਫਲਾਣੀ ਥਾਂ 'ਤੇ ਰੱਖ ਦਿੰਦੇ ਨੇ, ਉਹ ਤਾਂ ਫਲਾਣੀ ਥਾਂ 'ਤੇ ਰੱਖ ਦਿੰਦੇ ਨੇ, ਉਹ ਤਾਂ ਇਹੋ ਜਿਹੇ ਪੁੱਠੇ ਕੰਮ ਕਰਦੇ ਨੇ, ਇੰਦਰਾ ਗਾਂਧੀ ਨੇ ਤਾਂ ਕਰ ਦੇਣਾ ਸੀ ਜੀ, ਇਹ ਤਾਂ ਬਸ ਇੱਕ ਦਿਨ ਦੀ ਗੱਲ ਹੋ ਗਈ। ਮਤਲਬ ਇਹ ਰੋਜ਼ ਇਹੀ ਫਲਾਉਂਦੇ ਨੇ, ਜਿਵੇਂ ਮੁਸਲਮਾਨਾਂ ਵਾਲੇ ਫਲਾਉਂਦੇ ਨੇ ਵੀ ਤਾਂ 50 ਕਰੋੜ ਹੋ ਜਾਂਦੇ ਆ ਕੁਛ ਦਿਨਾਂ 'ਚ ਹੀ, ਕੁਛ ਸਾਲਾਂ 'ਚ ਹੀ, 2050 ਤੱਕ। ਉਹਨਾਂ ਨੂੰ ਪੁੱਛੋ ਵੀ 47 ਤੋਂ ਹੁਣ ਤੱਕ ਤਾਂ ਉਹ ਸਾਰੇ 17-18 ਕਰੋੜ ਨੇ, ਤੇ 50 ਕਰੋੜ ਕਿੱਥੋਂ ਹੋ ਜਾਣਗੇ ਬਈ? ਔਰ ਹੁਣ ਤਾਂ ਫਿਰ ਵੀ ਉਹ ਬੱਚੇ ਆਪ ਹੀ ਘਟ ਜਾਂਦੇ ਨੇ, ਪਹਿਲਾਂ ਤਾਂ ਜੰਮਦੇ ਵੀ ਬਹੁਤ ਜ਼ਿਆਦਾ ਸੀਗੇ ਗਿਣਤੀ 'ਚ। ਕੀ ਮਤਲਬ ਗੱਲਾਂ ਕਿੱਥੋਂ? ਪਰ ਉਹਦੇ 'ਚ ਮੈਂ ਦੇਖਦਾ ਜਿਹੜੇ ਜਮਾਂ ਹੀ ਪੜ੍ਹੇ ਲਿਖੇ ਵੱਡੇ ਵੱਡੇ ਵਿਦਵਾਨ ਨੇ ਉਹ ਵੀ ਇਹੀ ਕੁਛ ਕਹਿੰਦੇ ਨੇ, ਕਿਉਂਕਿ ਉਹਨਾਂ ਦੇ ਉੱਤੇ, ਉਹਨਾਂ ਦਾ ਗਿਆਨ ਦੇ ਉੱਤੇ ਇੱਕ ਪਰਦਾ ਪੈ ਗਿਆ। ਜਦ ਅਕਲ 'ਤੇ ਪਰਦਾ ਪੈ ਜੇ, ਕਈ ਵਾਰ ਅਸੀਂ ਪੁੱਛਦੇ ਹੁੰਦੇ ਵੀ ਜੋ ਦਿਸਟਰ ਨੇ ਜੂਏ ਦੇ ਵਿੱਚ ਆਪਣੀ ਘਰ ਵਾਲੀ ਨੂੰ ਲਗਾਤਾ ਤੇ ਸਾਰਾ ਰਾਜ ਭਾਗ ਤੋਂ ਵੀ ਇੰਨੀ ਗੱਲ ਕੀ ਹੋ, ਕਹਿੰਦੇ ਵੀ ਦੁੱਧ 'ਚ ਬੁੱਧ ਪ੍ਰਸਟ ਹੁੰਦਿਆ ਨਾ ਕੋਈ ਟਾਈਮ ਨਹੀਂ ਲੱਗਦਾ। ਇਹ ਬੁੱਧ ਪ੍ਰਸਟ ਹੋਣ ਦੀ ਗੱਲ ਹੈ। ਅੱਖਾਂ 'ਤੇ ਪਰਦਾ ਜਦ ਪੈਂਦਾ ਨਾ ਅਕਲ ਮਾਰੀ ਜਾਂਦੀ ਹੈ, ਅੰਨਾ ਹੋ ਜਾਂਦਾ ਬੰਦਾ। ਸੋ ਇਹ ਅਕਲ ਮਾਰੀ ਵਾਲੀ ਗੱਲ ਕਰਦੇ ਨੇ। ਤੇ ਇਹਦੇ ਵਿੱਚ ਮੁੱਖ ਰੂਪ 'ਚ ਇਹ ਹੈ ਕਿ ਇਹ ਆਰਡੀਨੈਂਸ ਹੈ ਜਿਹੜਾ, ਇਹ ਇਕੱਲਾ ਇਹੀ ਨਹੀਂ ਕਿ ਦਿੱਲੀ ਨੂੰ ਨੁਕਸਾਨ ਹੈ, ਇਹਦਾ ਪੂਰੇ ਉਸ ਦੇ ਵਾਸਤੇ ਆ। ਕਾਂਗਰਸ ਦੇ ਇੱਥੋਂ ਪੰਜਾਬ ਵਾਲਿਆਂ ਨੇ ਪਹਿਲਾਂ ਨਾ ਨੁੱਕਰ ਕਰੀ ਸੀ ਬਾਜਵਾ ਜੀ ਹੋਰਾਂ ਨੇ ਕਿ ਨਹੀਂ ਜੀ ਸਾਨੂੰ ਇਹਨਾਂ ਦਾ ਸਪੋਰਟ ਨਹੀਂ ਕਰਨਾ ਚਾਹੀਦਾ। ਤਾਂ ਮੈਂ ਕਿਸੇ ਹੋਰ ਚੈਨਲ 'ਤੇ ਬੋਲ ਰਿਹਾ ਸੀ, ਮੈਂ ਕਿਹਾ ਸੀ ਵੀ ਬਾਜਵਾ ਜੀ ਦੀ ਗੱਲ ਕੇਂਦਰ ਨੂੰ, ਇਹਨਾਂ ਦੀ ਕੇਂਦਰੀ ਕਮੇਟੀ ਨਹੀਂ ਸੁਣਨੀ ਚਾਹੀਦੀ, ਕਿਉਂਕਿ ਇਹ ਸਵਾਲ ਇਹ ਨਹੀਂ ਹੈ, ਉਹ ਆਪਣਾ ਵੱਖਰਾ ਕਰਕੇ ਕਰ ਲੈਣ, ਪਰ ਇਹ ਆਰਡੀਨੈਂਸ ਦਾ ਵਿਰੋਧ ਕਰਨਾ ਚਾਹੀਦਾ। ਉਹ ਗੱਲ ਵੱਖਰੀ ਹੈ ਕਿ ਉਹ ਆਰਡੀਨੈਂਸ ਦਾ ਵਿਰੋਧ ਕੇਜਰੀਵਾਲ ਨਾਲ ਰਲ ਕੇ ਕਰਦੇ ਨੇ ਜਾਂ ਵੱਖਰੇ ਤੌਰ 'ਤੇ ਇੰਡੀਪੈਂਡੈਂਟਲੀ ਕਰਦੇ ਨੇ ਨਾਲ। ਕੇਜਰੀਵਾਲ ਨਾਲ ਵੀ ਅਸੀਂ ਸਹਿਮਤ ਨਹੀਂ, ਪਰ ਇਹ ਆਰਡੀਨੈਂਸ ਗਲਤ ਹੈ, ਚਾਹੇ ਦਿੱਲੀ ਦੇ ਮਾਮਲੇ 'ਚ ਹੀ ਹੋਵੇ, ਕਿਉਂਕਿ ਜਿਹੜਾ ਅਸੂਲਨ ਗਲਤ ਹੈ ਉਹ ਅਸੂਲਨ ਗਲਤ ਹੈ। ਜੇ ਤੁਸੀਂ ਅਸੂਲਨ ਗਲਤ ਨੂੰ, ਜੇ ਕਿਸੇ ਬੰਦੇ ਨੂੰ, ਚਾਹੇ ਉਹ ਜਿੰਨਾ ਮਰਜ਼ੀ ਮਾੜਾ, ਜੇ ਕਿਸੇ ਨੇ ਕਤਲ ਕਰਤਾ, ਉਹਨੂੰ ਪੁਲਿਸ ਗੋਲੀ ਮਾਰ ਦੇਗੀ ਤਾਂ ਅਸੀਂ ਉਹਨੂੰ ਮਾੜਾ ਕਹਾਂਗੇ, ਕਿਉਂਕਿ ਫਿਰ ਕਿਸੇ ਨੂੰ ਵੀ ਮਾਰ ਸਕਦੀ ਹੈ। ਇਹ ਨਹੀਂ ਹੈ ਕਿਉਂਕਿ ਉਹ ਕਾਤਲ ਹੈ ਇਸ ਕਰਕੇ ਗੋਲੀ ਮਾਰਤੀ, ਕੋਈ ਖਾਸ ਗੱਲ ਨਹੀਂ ਹੈ। ਉਹਦਾ ਇੱਕ ਵਿਧੀ ਵਿਧਾਨ ਬਣਿਆ ਹੋਇਆ। ਸੋ ਜੇ ਵਿਧੀ ਵਿਧਾਨ ਤੋਂ ਬਾਹਰ ਜਾ ਕੇ ਕੇਂਦਰ ਸਰਕਾਰ ਕੰਮ ਕਰਦੀ ਹੈ, ਜੇ ਅਸੀਂ ਉਹਦੇ 'ਤੇ ਆਵਾਜ਼ ਨਹੀਂ ਉਠਾਵਾਂਗੇ ਤਾਂ ਇਹਦਾ ਮਤਲਬ ਸਮਝ ਲਓ ਵੀ ਦੇਸ਼ ਦੀ ਜਿਹੜੀ ਇੰਨੀਆਂ ਕੁਰਬਾਨੀਆਂ ਦੇ ਕੇ, ਬੀਜੇਪੀ 'ਚ ਇੱਕ ਵੀ ਬੰਦਾ ਉਹ ਨਹੀਂ ਹੈ ਜਿਹਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੋਵੇ। ਵੀਰ ਸਾਵਰਕਰ ਜੀ 2011 ਤੱਕ, ਜਦ ਤੱਕ ਉਹਨਾਂ ਨੂੰ ਜੇਲ੍ਹ ਨਹੀਂ ਹੋਈ, ਉਦੋਂ ਤੱਕ ਉਹ ਰੈਵੋਲੂਸ਼ਨਰੀ ਗਤੀਵਿਧੀਆਂ ਕਰ ਰਹੇ ਸੀ ਆਪਦੇ ਵੱਲੋਂ ਦੇਸ਼ ਦੇ ਵਾਸਤੇ। ਪਰ ਜਦ ਉਹਨਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ, ਉਦੋਂ ਹੀ ਮਾਫੀਆਂ ਮੰਗਣੀਆਂ ਸ਼ੁਰੂ ਕਰਤੀਆਂ ਸੀ। ਉਦੋਂ ਬਾਅਦ ਸਾਰਾ ਕੁਝ ਉਹਨਾਂ ਨੂੰ ਚੁੱਕ ਲਿਆ, ਉਹੀ ਆਹੀ ਕੁਛ ਹੈ। ਵਾਜਪਾਈ ਜੀ ਨੂੰ ਇੱਕ ਵਾਰੀ ਮਤਲਬ ਹੋ ਗਏ ਸੀ ਅਰੈਸਟ, ਉਹਨਾਂ ਕਿਹਾ ਮੈਂ ਤਾਂ ਉੱਥੇ ਜਲੂਸ ਦੇਖ ਰਿਹਾ ਸੀ, ਮੈਂ ਤਾਂ ਗਿਆ ਹੀ ਨਹੀਂ ਸੀ ਜਲੂਸ 'ਚ। ਸੋ ਬੀਜੇਪੀ ਦਾ ਕੋਈ ਰਿਕਾਰਡ ਨਹੀਂ, ਇਸੇ ਕਰਕੇ ਕਹਿੰਦੇ ਵੀ ਪਹਿਲਾਂ ਕੁਝ ਨਹੀਂ ਹੋਇਆ, ਬਿਲਕੁਲ ਨਹੀਂ ਹੋਇਆ, ਕਿਉਂਕਿ ਸਾਰਾ ਕੁਝ ਮਟੀਰੀਆਂ ਹੁੰਦੀਆਂ, ਨਿਸ਼ਾਨੀਆਂ ਮਟੀਰੀਆਂ ਨੇ। ਨਿਸ਼ਾਨੀਆਂ ਮਟੀਰੀਆਂ ਨਾਲ ਇਤਿਹਾਸ ਨਹੀਂ ਬਣਦਾ ਹੁੰਦਾ। ਇਤਿਹਾਸ ਬਣਾਉਣ ਨਾਲ ਬਣਦਾ ਹੈ, ਇਤਿਹਾਸ ਸੰਘਰਸ਼ ਨਾਲ ਬਣਦਾ ਹੈ, ਇਤਿਹਾਸ ਕੁਰਬਾਨੀ ਨਾਲ ਬਣਦਾ ਹੈ। ਤੇ ਕੋਈ ਬਿਲਡਿੰਗ ਢਾਹ ਕੇ ਜਾਂ ਬਿਲਡਿੰਗ ਬਦਲ ਕੇ ਇਤਿਹਾਸ ਨਹੀਂ ਬਦਲਦਾ। ਪਰ ਇਹ ਉਸ ਤਰੀਕੇ ਨਾਲ ਹੀ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਇਸ ਤਰੀਕੇ ਨਾਲ ਪਹਿਲਾਂ ਵੀ ਕਈ ਲੋਕਾਂ ਨੇ ਕੋਸ਼ਿਸ਼ ਕਰੀ ਸੀ, ਚਾਹੇ ਉਹ ਹਰਨਾਕਸ਼ ਸੀ, ਚਾਹੇ ਉਹ ਕੰਸ ਸੀਗਾ, ਤੇ ਚਾਹੇ ਉਹ ਕਾਰੂ ਪਾਤਸ਼ਾਹ ਸੀ। ਇਹਨਾਂ ਤਾਂ ਉਹਨਾਂ ਤਿੰਨਾਂ ਦੀਆਂ ਗੱਲਾਂ ਇਕੱਠੀਆਂ ਕਰਤੀਆਂ, ਪਰ ਫਿਰ ਵੀ ਕ੍ਰਿਸ਼ਨ ਜਾਂ ਵਿਦਰ, ਦੁਰਯੋਧਨਾ ਦੇ ਕੋਲੇ ਵਿਦਰ ਤੇ ਕੰਸਾਂ ਦੇ ਵਾਸਤੇ ਕ੍ਰਿਸ਼ਨ ਤੇ ਹਰਨਾਕਸ਼ਾਂ ਵਾਸਤੇ ਧਰੂ ਪ੍ਰਹਲਾਦ, ਇਹ ਉੱਠਦੇ ਆਏ ਨੇ, ਉੱਠਦੇ ਰਹਿਣਗੇ ਤੇ ਦੇਸ਼ ਤਾਂ ਬਚਦਾ ਹੈ। ਪਰ ਕਦੇ ਕਦੇ ਇਹ ਹਨੇਰੀ ਐਡੀ ਤੇਜ਼ ਹੋ ਜਾਂਦੀ ਹੈ ਕਿ ਦੂਜੇ ਆ ਕੇ ਕਬਜ਼ਾ ਕਰ ਲੈਂਦੇ ਨੇ। ਪਹਿਲਾਂ ਵੀ ਇਹਨਾਂ ਹੀ ਗੱਲਾਂ ਨਾਲ ਇਹਨਾਂ ਨੇ ਕਬਜ਼ਾ ਕਰਵਾਇਆ ਸੀ। 2000 ਸਾਲ ਅਸੀਂ ਗੁਲਾਮ ਰਹੇ ਹਾਂ ਤਕਰੀਬਨ, ਤੇ ਹੁਣ ਫਿਰ ਇਹ ਕਬਜ਼ਾ ਹੀ ਕਰਾਉਂਗੇ। ਮਤਲਬ ਇਹ ਹੈ ਕਿ ਸਾਡਾ ਲੋਕਤੰਤਰ ਜਿਹੜਾ ਹੈ ਉਹ ਹੁਣ ਸਿਹਤਮੰਦ ਨਹੀਂ ਰਿਹਾ, ਉਹਦੀ ਸਿਹਤ ਨੂੰ ਕਿਤੇ ਨਾ ਕਿਤੇ ਵਿਗਾੜ ਪੈਦਾ ਹੋ ਚੁੱਕਾ ਹੈ। ਤੇ ਦੂਸਰਾ ਪਾਰਟ ਆਪਾਂ ਜਿਹੜਾ ਲੈਣ ਜਾ ਰਹੇ ਹਾਂ, ਜੋ ਜੰਮੂ ਤੇ ਕਸ਼ਮੀਰ ਦੇ ਸਾਬਕਾ ਗਵਰਨਰ ਨੇ ਸਤਿਆਪਾਲ ਮਲਿਕ ਜੀ, ਪਹਿਲਾਂ ਪੁਲਵਾਮਾ ਨੂੰ ਲੈ ਕੇ ਉਹਨਾਂ ਦੀਆਂ ਸਟੇਟਮੈਂਟਸ ਸਾਹਮਣੇ ਆਈਆਂ, ਹੋਰ ਵੀ ਕਈ ਮੁੱਦਿਆਂ ਦੇ ਉੱਤੇ ਉਹਨਾਂ ਦੀਆਂ ਸਟੇਟਮੈਂਟਸ ਸਾਹਮਣੇ ਆਈਆਂ, ਕਿਸਾਨ ਅੰਦੋਲਨ ਦੇ ਉੱਤੇ ਸਟੇਟਮੈਂਟਸ ਸਾਹਮਣੇ ਆਈਆਂ, ਔਰ ਹਮੇਸ਼ਾ ਉਹ ਇੱਕ ਜਿਵੇਂ ਬਰਨਿੰਗ ਟੌਪਿਕ ਹੁੰਦਾ ਨਾ, ਕਰੰਟ ਅਫੇਅਰਸ ਹੁੰਦੇ ਨੇ, ਇੱਦਾਂ ਉਹਨਾਂ ਦੀ ਸਟੇਟਮੈਂਟ ਹੁੰਦੀ ਹੈ। ਹੁਣ ਉਹਨਾਂ ਦੀ ਇੱਕ ਗੱਲ ਬੜੀ ਭਖੀ ਹੋਈ ਹੈ, ਬੜੀ ਸਟੇਟਮੈਂਟ ਭਖੀ ਹੋਈ ਹੈ ਕਿ
ਭਾਰਤ ਦਾ ਲੋਕਤੰਤਰ ਜਿਹੜਾ ਹੈ ਉਹ ਡਿਕਟੇਟਰਸ਼ਿਪ ਵੱਲ ਜਾ ਰਿਹਾ ਹੈ, ਤਾਨਾਸ਼ਾਹੀ ਵੱਲ ਜਾ ਰਿਹਾ ਹੈ। ਔਰ ਜੇ 2024 ਦੇ ਵਿੱਚ ਅਸੀਂ ਬੀਜੇਪੀ ਨੂੰ ਨਾ ਹਰਾਇਆ ਇਕੱਠੇ ਹੋ ਕੇ, ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਨ ਤੋਂ ਨਾ ਰੋਕਿਆ ਅਸੀਂ ਇਕੱਠੇ ਹੋ ਕੇ, ਤਾਂ ਫਿਰ ਹੋ ਸਕਦਾ ਕਿ 2029 ਦੇ ਵਿੱਚ ਚੋਣਾਂ ਹੀ ਨਾ ਹੋਣ, ਡਿਕਟੇਟਰਸ਼ਿਪ ਲਾਗੂ ਹੋ ਜਾਵੇ ਤੇ ਭਾਰਤ ਦਾ ਲੋਕਤੰਤਰ ਸਮਾਪਤ ਹੋ ਜਾਵੇ। ਜੋ ਸਤਿਆਪਾਲ ਮਲਿਕ ਜੀ ਆਪਣੀ ਸਟੇਟਮੈਂਟ ਦੇ ਵਿੱਚ ਜ਼ਾਹਿਰ ਕਰ ਰਹੇ ਨੇ ਕਿ ਇਹ ਆਖਰੀ ਮੌਕਾ ਹੈ ਤੁਹਾਡੇ ਵਾਸਤੇ ਵੋਟਿੰਗ ਦਾ, ਸੰਭਲ ਜਾਓ ਤੇ ਇਸ ਵਕਤ ਬੀਜੇਪੀ ਨੂੰ ਸੱਤਾ ਵਿੱਚ ਨਾ ਆਣ ਦਿਓ, ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਨਾ ਬਣਨ ਦਿਓ। ਇਹ ਸਤਿਆਪਾਲ ਮਲਿਕ ਜੀ ਦੀ ਸਟੇਟਮੈਂਟ ਹੈ। ਤੁਸੀਂ ਇਹਦੇ ਨਾਲ ਇਤਫਾਕ ਰੱਖਦੇ ਹੋ? ਇਹ ਇਦਾਂ ਹੋ ਸਕਦਾ ਜਿੱਦਾਂ ਸਤਿਆਪਾਲ ਮਲਿਕ ਜੀ ਕਹਿ ਰਹੇ ਨੇ ਕਿ ਇਹ ਉਹਨਾਂ ਦੀ ਇੱਕ ਪਰਸਨਲ ਵਿਚਾਰਧਾਰਾ ਹੈ, ਇੱਕ ਉਹਨਾਂ ਦੇ ਆਪਣੇ ਦਿਲ ਦੀ ਗੱਲ ਹੈ, ਇਹਦੇ ਵਿੱਚ ਸੱਚਾਈ ਬਿਲਕੁਲ ਵੀ ਨਹੀਂ ਹੈ? ਗਰਗ ਸਾਹਿਬ, ਜਿਹੜੇ ਪਿਛਲੇ ਸਮੇਂ ਦੇ ਘਟਨਾਕ੍ਰਮ ਨੇ ਉਹ ਤਾਂ ਇਹੀ ਦੱਸਦੇ ਨੇ ਵੀ ਇੱਥੇ ਕੁਝ ਵੀ ਹੋ ਸਕਦਾ ਹੈ ਜੀ। ਔਰ ਸਾਡੇ ਹੁਕਮਰਾਨ ਨੂੰ ਕਿਸੇ ਚੀਜ਼ ਦੀ ਉਹਦੀ ਪਰਵਾਹ ਨਹੀਂ ਹੈ। ਕਈ ਵਾਰੀ ਅਸੀਂ ਪੋਲੀਟੀਕਲ ਪਾਰਟੀ ਦਾ ਨਾਂ ਲੈ ਕੇ ਉਸ ਪੋਲੀਟੀਕਲ ਪਾਰਟੀ ਜਿਹੜੇ ਚੰਗੇ ਬੰਦੇ ਨੇ, ਐ ਨਹੀਂ ਹੈ ਵੀ ਬੀਜੇਪੀ 'ਚ ਕੋਈ ਦੇਸ਼ ਭਗਤ ਨਹੀਂ ਹੈ, ਇਹ ਨਹੀਂ ਹੈ ਕਿ ਬੀਜੇਪੀ 'ਚ ਚੰਗੇ ਬੰਦੇ ਨਹੀਂ ਹੈਗੇ ਜੀ। ਬੀਜੇਪੀ 'ਚ ਬਹੁਤ ਸਾਰੇ ਸਟਾਲਵਰਟ ਰਹੇ ਨੇ, ਮਤਭੇਦ ਸਭ ਹੋ ਸਕਦੇ ਨੇ, ਉਹਨਾਂ ਦੀ ਸਿਆਸਤ ਨਾਲ ਸਾਡੇ ਮਤਭੇਦ ਹੋ ਸਕਦੇ ਨੇ, ਉਹਨਾਂ ਦੇ ਫੈਸਲਿਆਂ ਨਾਲ ਮਤਭੇਦ ਹੋ ਸਕਦੇ ਨੇ, ਪਰ ਉਹਨਾਂ ਦੀ ਇਮਾਨਦਾਰੀ ਜਾਂ ਮਿਹਨਤ ਦੇ ਉੱਤੇ ਸ਼ੰਕਾ ਨਹੀਂ ਕਰੀ ਜਾ ਸਕਦੀ ਹੁੰਦੀ। ਪਰ ਇਹ ਜਿਹੜਾ ਹੁਣ ਦਾ ਰਜੀਮ ਹੈ, ਇਸ ਨੇ ਪਹਿਲੀ ਗੱਲ ਤਾਂ ਉਹ ਮਤਭੇਦ ਖਤਮ ਕਰਕੇ, ਜਿਹੜੇ ਬੀਜੇਪੀ ਦੇ ਵਿਦਨ ਮਤਭੇਦ ਸੀਗੇ ਅੰਦਰਲੇ, ਉਹ ਖਤਮ ਕਰਕੇ ਤਕੜੇ ਜਿਹੜੇ ਲੀਡਰ ਸੀ ਉਹਨਾਂ ਨੂੰ ਕਿਸਮ ਦਾ ਜ਼ੀਰੋ ਕਰ ਦਿੱਤਾ। ਇਸੇ ਕਰਕੇ ਉਹ ਲੀਡਰ ਬੋਲ ਵੀ ਰਹੇ ਨੇ। ਗਿਆਨ ਨਸ਼ੋਰੀ ਜੀ ਅੱਜ ਬੋਲ ਰਹੇ ਨੇ, ਵਾਰ-ਵਾਰ ਕਿਸਾਨ ਅੰਦੋਲਨ ਤੇ ਬੋਲਦੇ ਰਹੇ ਨੇ। ਜਸਵੰਤ ਸਿਨਹਾ ਜੀ ਬੋਲ ਰਹੇ ਨੇ ਤੇ ਜਸਵੰਤ ਸਿੰਘ ਬੋਲਦੇ ਰਹੇ ਨੇ। ਉਹ ਜੇ ਇਹਨਾਂ ਦੇ ਮੁਰਲੀ ਮਨੋਹਰ ਜੋਸ਼ੀ ਜੀ ਨੂੰ ਇਹਨਾਂ ਨੇ ਇੱਕ ਪਾਸੇ ਲਾ ਦਿੱਤਾ ਸੀ, ਅਟਲ ਬਿਹਾਰੀ ਵਾਜਪੇਈ ਜੀ ਨੂੰ ਬਿਮਾਰ ਕਹਿ ਕੇ ਬਸ ਜੋ ਮਰਜ਼ੀ ਕਹਿ ਲਓ ਤੁਸੀਂ, ਜਿਵੇਂ ਮਰਜ਼ੀ, ਤੁਹਾਨੂੰ ਪਤਾ ਹੀ ਹੈ ਐਡੇ ਵੱਡੇ ਸਟਾਲਵਰਟ ਸੀਗੇ। ਅਡਵਾਨੀ ਜੀ ਦਾ ਹਾਲ ਆਪਾਂ ਦੇਖਦੇ ਹੀ ਹਾਂ ਜੋ ਕੁਝ ਸਾਡੇ ਸਾਹਮਣੇ ਹੈ। ਰਮਨ ਸਿੰਘ ਜਿਹੜੇ ਛੱਤੀਸਗੜ੍ਹ 'ਚ 3 ਵਾਰੀ ਜਿੱਤੇ ਸੀ, ਉਹਨਾਂ ਨੂੰ ਵੀ ਕਿਉਂਕਿ ਮੋਦੀ ਸਾਹਿਬ ਨੂੰ ਬਹੁਤਾ ਚੰਗੇ ਨਹੀਂ ਲੱਗਦੇ ਸੀ ਜਿਵੇਂ ਮੈਨੂੰ ਲੱਗਦਾ, ਤੇ ਉਹਨਾਂ ਨਾਲ ਵੀ ਕੋਈ ਬਹੁਤਾ ਇਹਨਾਂ ਦਾ ਹੈ ਨਹੀਂ ਸੀ। ਬਾਕੀ ਇਹਨਾਂ ਦੇ ਆਪਸ ਵਿੱਚ ਲੜਾਈਆਂ ਦਾ ਮਦਨ ਲਾਲ ਖੁਰਾਨਾ ਜੀ ਦਾ, ਸਾਹਿਬ ਸਿੰਘ ਜੀ ਦਾ ਦਿੱਲੀ ਦੇ ਵਿੱਚ ਜੋ ਸੀਗਾ ਬੀਜੇਪੀ ਦਾ, ਉਹ ਵੀ ਆਪਾਂ ਨੂੰ ਪਤਾ ਹੈ, ਤੇ ਜੋ ਮੱਧ ਪ੍ਰਦੇਸ਼ ਸੀ ਉਹਦਾ ਵੀ ਪਤਾ। ਮੱਧ ਪ੍ਰਦੇਸ਼ 'ਚ ਵਿਆਪਕ ਘੁਟਾਲਾ ਸਭ ਨੂੰ ਪਤਾ ਹੈ ਵੀ ਕਿੱਡਾ ਵੱਡਾ ਘੁਟਾਲਾ, ਉਹਦੇ 40-45 ਤਾਂ ਗਵਾਹ ਮਰ ਚੁੱਕੇ, ਮਤਲਬ ਕਤਲ ਹੋ ਜਾਂਦੇ ਨੇ ਨਾਲ ਦੀ ਨਾਲ। ਸੋ ਇਹ ਇੱਕ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਇਹ ਸੰਕੇਤ ਦਿੰਦੀਆਂ ਨੇ ਕਿ ਕਿਤੇ ਨਾ ਕਿਤੇ ਜਿਹੜੇ ਮਾੜਾ ਕੰਮ ਕਰਨ ਵਾਲੇ ਨੇ, ਜਿਹੜੇ ਨਿੱਜ ਨੂੰ ਜਾਂ ਆਪਦੇ ਇਕੱਲੇ ਆਪਦੇ ਵਿਚਾਰ ਨੂੰ, ਜ਼ਰੂਰੀ ਨਹੀਂ ਵੀ ਉਹ ਕਰਪਟ ਹੋਣ ਜਾਂ ਉਹ ਗਲਤ ਹੋਣ, ਪਰ ਆਪਦੇ ਵਿਚਾਰ ਨੂੰ ਸਭ ਤੋਂ ਉੱਪਰ ਰੱਖਣ ਵਾਲੇ ਤੇ ਉਹਨੂੰ ਤਾਕਤ 'ਚ ਹੋ ਕੇ ਉਸੇ ਨੂੰ ਉਸੇ ਤਰ੍ਹਾਂ ਇੰਡੀਵਿਡ ਲਾਗੂ ਕਰਨ ਵਾਲੇ, ਬਿਨਾਂ ਆਲੋਚਨਾ ਸੁਣੇ, ਆਲੋਚਨਾ ਨੂੰ ਬੰਦ ਕਰਨ ਵਾਲੇ, ਲੋਕਾਂ ਦਾ ਮੂੰਹ ਬੰਦ ਕਰਨ ਵਾਲੇ, ਉਹੋ ਜਿਹੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਚਾਟੂਕਾਰਤਾ ਦੇ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਜੋ ਮੋਦੀ ਸਾਹਿਬ ਦੀ ਚਾਟੂਕਾਰਤਾ ਕਰਨਗੇ ਉਹ ਠੀਕ ਨੇ, ਉਹ ਅਫਸਰ ਹੋਣ, ਉਹ ਬੀਜੇਪੀ ਦੇ ਲੀਡਰ ਹੋਣ। ਇੱਕ ਦੂਜਾ ਇਹਦੇ 'ਚ ਇੱਕ ਹੋਰ ਖਤਰਾ ਹੈ। ਸਤਪਾਲ ਮਲਿਕ ਜੀ ਦੇ ਬਿਆਨ ਨਾਲ ਮੈਂ ਸਹਿਮਤ ਹਾਂ। ਕਿਉਂ ਸਹਿਮਤ ਹਾਂ? ਇਹ 'ਚ ਖਤਰਾ ਇਹ ਹੈ ਕਿ ਕੱਲਾ ਇਹੀ ਨਹੀਂ, ਅਸੀਂ ਜਦ ਇਹ ਕਹਿ ਦਿੰਦੇ ਵੀ ਬੀਜੇਪੀ ਤਾਕਤ, ਉਹ ਕਾਗਜ਼ਾਂ 'ਚ ਬੀਜੇਪੀ ਤਾਕਤ 'ਚ ਹੋਏਗੀ, MP ਉਹਨਾਂ ਦੇ ਹੋਣਗੇ, ਤਾਕਤ ਅਸਲੀ ਬਿਊਰੋਕ੍ਰੇਸੀ ਕੋਲ ਦਿੱਤੀ ਜਾ ਰਹੀ ਹੈ। ਇੱਕ ਸਟੇਟ, ਡੀਪ ਸਟੇਟ ਅਸੀਂ ਕਹਿੰਦੇ ਹਾਂ ਉਹਨੂੰ, ਜਿਹੜੀ ਡੀਪ ਸਟੇਟ ਆ ਉਹ ਤਕੜੀ ਹੋ ਰਹੀ ਹੈ ਇੰਡੀਆ 'ਚ। ਉਹ ਤਕੜੀ ਹੋਏਗੀ ਤਾਂ ਡੈਮੋਕ੍ਰੇਸੀ ਨੂੰ ਨੁਕਸਾਨ ਹੋਏਗਾ। ਉਹ ਡੀਪ ਸਟੇਟ ਦੇ ਕੋਲ ਸਾਰੀ ਪਾਵਰ ਜਾਏਗੀ, ਕਿਉਂਕਿ ਇਹਨਾਂ ਨੇ ਹੁਣ ਲੈਟਰ ਐਂਟਰੀ ਸ਼ੁਰੂ ਕਰੀ ਹੋਈ ਹੈ ਬਿਊਰੋਕ੍ਰੇਸੀ 'ਚ। ਉਹ ਲੈਟਰ ਐਂਟਰੀ ਦਾ ਕੀ ਮਤਲਬ ਹੈ? ਮਤਲਬ ਇਹ ਹੈ ਵੀ ਜਿਹਨੂੰ ਮਰਜ਼ੀ ਚੱਕ ਕੇ ਜੁਆਇੰਟ ਸੈਕਟਰੀ ਲੈਵਲ ਤੇ ਭਰਤੀ ਕਰ ਦਿਓ। ਇਸੇ ਤਰ੍ਹਾਂ ਹੀ ਇਹਨਾਂ ਨੇ ਦੂਜਾ ਜਿਹੜਾ ਆਰਡੀਨੈਂਸ ਹੈ ਵੀ ਉਸੇ ਨੂੰ, ਉਹ ਠੀਕ ਕਿਹਾ ਉਹਨਾਂ ਨੇ। 2 ਉਹਦੇ 'ਚ ਅਫਸਰਸ਼ਾਹ ਨੇ, ਨੌਕਰਸ਼ਾਹ ਨੇ, ਇੱਕ ਉਹਦੇ 'ਚ ਚੁਣਿਆ ਹੋਇਆ, ਤੇ ਤੁਸੀਂ ਆਪ ਹੀ ਦੱਸ ਕੇ ਵੀ 2 ਨੌਕਰਸ਼ਾਹ ਉੱਪਰ ਹੋ ਜਾਣਗੇ। ਬਿਲਕੁਲ ਗਿਣਤੀ ਕਰ। ਸੋ ਨੌਕਰਸ਼ਾਹੀ ਦੀ ਸਰਕਾਰ ਆਏਗੀ ਹੁਣ। ਪਹਿਲੀ ਗੱਲ, ਇਹਨੂੰ ਡਿਕਟੇਟਰਸ਼ਿਪ ਇਹੀ ਹੁੰਦੀ ਹੈ ਵੀ ਮੋਦੀ ਸਾਹਿਬ ਡਿਕਟੇਟਰ ਹੋਣਗੇ, ਬਾਕੀ ਨੌਕਰਸ਼ਾਹੀ ਦੀ ਸਰਕਾਰ ਹੋਏਗੀ। ਕਿਉਂਕਿ ਇਹਨਾਂ ਦਾ ਜਿਹੜਾ ਗੁਰੂ ਗੋਲਕਰ ਜੀ ਦਾ ਮਾਡਲ ਹੈ, ਉਹ ਮਾਡਲ ਹੀ ਹਿਟਲਰ ਦਾ ਮਾਡਲ ਹੈ। ਹਿਟਲਰ ਵਾਲੇ ਮਾਡਲ ਤੇ ਚੱਲ ਰਹੇ ਨੇ ਵੀ ਪੁਰਾਣਾ ਦਿਖਾਈ ਜਾਓ। ਉਹਦੇ 'ਚ ਅਸੀਂ ਦੇਖਿਆ ਜਿਹੜੀ ਜਰਮਨੀ ਅੱਗੇ ਇੰਨੀ ਵਧੀ ਹੋਈ ਸੀ, ਜਰਮਨੀ ਦਾ ਪਿੱਠ ਗਈ ਸੀ ਉਦੋਂ ਸਾਰੀ। ਵੱਡੇ ਵੱਡੇ ਸਾਇੰਸਦਾਨ ਜਿਨ੍ਹਾਂ ਨੇ ਬਾਅਦ 'ਚ ਨੋਬਲ ਪ੍ਰਾਈਜ਼ ਵੀ ਜਿੱਤੇ ਨੇ, ਉਹ ਸਾਰੇ ਉੱਥੋਂ ਗਏ। ਨੀਲਸ ਬੋਹਰ ਵਰਗੇ, ਆਇਨਸਟਾਈਨ ਵਰਗੇ, ਉਹਨਾਂ ਨੂੰ ਉੱਥੇ ਜਾਣਾ ਪਿਆ। ਸੋ ਜਦ ਤੁਸੀਂ ਕਿਸੇ ਮੁਲਕ ਨੂੰ ਪੁਰਾਣੇ ਇਤਿਹਾਸ ਦੇ ਉੱਤੇ, ਪੁਰਾਣੇ ਟੂਨੇ ਟਾਮਨ, ਪੁਰਾਣੀਆਂ ਗੱਲਾਂ ਦੇ ਉੱਤੇ ਮੂਵ ਕਰਨਾ ਸ਼ੁਰੂ ਕਰਦੇ ਹੋ, ਉਦੋਂ ਤਬਾਹੀ ਵੱਲ ਨੂੰ ਵੱਧਦਾ ਹੈ। ਪੁਰਾਣਾ ਇਤਿਹਾਸ ਤਾਂ ਤੁਹਾਨੂੰ ਚੰਗੇ ਬਣਾਉਣ ਵਾਸਤੇ ਹੁੰਦਾ, ਇਹ ਨਹੀਂ ਵੀ ਸਾਰਾ ਇਤਿਹਾਸ ਉਹ ਸਾਰਾ ਹੀ ਠੀਕ ਹੁੰਦਾ। ਉਹਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਅੱਗੇ ਲੈ ਕੇ ਵਧਣਾ ਹੁੰਦਾ, ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਤੋਂ ਸਿੱਖਣਾ ਹੁੰਦਾ। ਉਹ ਅਸੀਂ ਪ੍ਰੈਜ਼ੈਂਟ 'ਚ ਵੀ ਇਹੀ ਕਰਦੇ ਹਾਂ। ਮੈਂ ਡਾਕਟਰ ਦੇ ਤੌਰ ਤੇ ਜਿਹੜੇ ਮਰੀਜ਼ ਠੀਕ ਹੋ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਅਸੀਂ ਹੋਰ ਸਿੱਖਦੇ ਹਾਂ ਵੀ ਅੱਛਾ ਇੱਦਾਂ ਹੀ ਇਲਾਜ ਕਰੀਏ। ਜਿੱਥੇ ਕੋਈ ਨੁਕਸ ਪੈ ਜਾਂਦਾ ਉਹ ਤੋਂ ਸਿੱਖਦੇ ਹਾਂ ਵੀ ਅੱਛਾ ਨੁਕਸਾ ਐਂ ਪੈਂਦਾ, ਇਹਨੂੰ ਅੱਗੇ ਤੋਂ ਰੋਕਿਆ ਜਾਵੇ।
ਸੋ ਸਿੱਖਣ ਦੀ ਲੋੜ ਹੁੰਦੀ ਹੈ। ਸਾਡੇ ਪੁਰਾਣਿਆਂ ਨੇ ਕੀ ਕਰੇ ਸੀ ਉਹ ਤੋਂ ਵੀ ਸਿੱਖਦੇ ਹਾਂ, ਸਾਡੇ ਨਾਲ ਦੇ ਵਾਲੇ ਕੀ ਕਰਦੇ ਹਨ ਉਹ ਤੋਂ ਵੀ ਸਿੱਖਦੇ ਹਾਂ, ਤੇ ਫਿਊਚਰ ਦਾ ਵਿਜ਼ਨ ਵੀ ਰੱਖਦੇ ਹਾਂ, ਦ੍ਰਿਸ਼ਟੀ ਵੀ ਰੱਖਦੇ ਹਾਂ ਵੀ ਅੱਗੇ ਨੂੰ ਕੀ ਹੋਣਾ, ਭਵਿੱਖ 'ਚ ਕੀ ਹੋਣਾ। ਸੋ ਮੈਨੂੰ ਐਂ ਲੱਗਦਾ ਹੈ ਵੀ ਦੇਸ਼ ਦੇ ਵਿੱਚ ਅੱਜ ਇੱਕ ਅਧਿਕਾਰ ਵੱਲ ਨੂੰ ਵੱਧ ਰਿਹਾ ਅਸੀਂ, ਉਹਦੇ 'ਚ ਬੀਜੇਪੀ ਕਹਿ ਕੇ ਅਸੀਂ ਗੱਲ ਨੂੰ ਛੋਟੀ ਕਰ ਦਿੰਦੇ ਹਾਂ। ਬੀਜੇਪੀ ਇੱਕ ਮੁਖੌਟਾ ਰਹਿ ਜਾਏਗਾ, ਬੀਜੇਪੀ ਕੋਈ ਆਪਣੇ ਆਪ 'ਚ ਬਹੁਤ ਉਹ ਨਹੀਂ ਹੈ, ਤੇ ਉਹਦੇ ਵਿੱਚ ਕੁਝ ਵਿਅਕਤੀਆਂ ਦੇ ਰਾਜ ਕਰਨ ਦੀ ਗੱਲ ਹੋਏਗੀ, ਪਰ ਇਹ ਬਹੁਤਾ ਦੇਰ ਚੱਲੇਗਾ ਨਹੀਂ, ਕਿਉਂਕਿ ਦੁਨੀਆ ਹੁਣ ਇਸ ਪਾਸੇ ਨੂੰ ਜਾ, ਦੁਨੀਆ ਤਾਂ ਮਲਟੀਪੋਲਰ ਬਹੁਤ ਧਰੁਵੀ ਸੰਸਾਰ ਵੱਲ ਨੂੰ ਵੱਧ ਰਹੀ ਹੈ, ਉਹ ਇੱਕ ਧਰੁਵੀ ਸੰਸਾਰ ਵੱਲ ਨਹੀਂ ਜਾ ਸਕਦੀ। ਕੋਸ਼ਿਸ਼ ਬਹੁਤਿਆਂ ਦੀ ਇਹ ਹੈ ਕਿ ਇਸ ਗੱਲ ਨੂੰ ਜੋ ਮੋਦੀ ਸਾਹਿਬ ਕਰ ਰਹੇ ਨੇ, ਜਾਂ ਜੋ ਤੁਸੀਂ ਬੀਜੇਪੀ ਕਿਹਾ ਵਰਡ, ਜਾਂ ਜੋ ਸਤਪਾਲ ਮਲਿਕ ਜੀ ਕਹਿ ਰਹੇ ਨੇ, ਇਹਨੂੰ ਇੱਕ ਤਰੀਕੇ ਦਾ ਟੈਂਪਰੇਰੀ ਤੌਰ ਤੇ ਜਿਹੜਾ ਸੰਸਾਰ ਸਾਮਰਾਜ ਹੈ, ਉਹ ਸਾਮਰਾਜਵਾਦ ਨੂੰ ਵੀ ਇਹਦਾ ਫਾਇਦਾ ਹੈ। ਉਹ ਕਹਿੰਦਾ ਹੈ ਵੀ ਤੁਸੀਂ ਜੰਤਰ ਮੰਤਰ ਟੂਣੇ ਟਾਮਨ ਤੇ ਤੰਤਰ ਕਰਦੇ ਜਾਓ, ਕੋਈ ਟੈਕਨੋਲੋਜੀ ਵਿਕਸਿਤ ਨਾ ਕਰੋ, ਕੋਈ ਵਿਗਿਆਨ 'ਚ ਅੱਗੇ ਨਾ ਜਾਓ, ਕੋਈ ਤੁਸੀਂ ਅਰਥ ਸ਼ਾਸਤਰ 'ਚ ਅੱਗੇ ਨਾ ਜਾਓ, ਗਿਆਨ 'ਚ ਅੱਗੇ ਨਾ ਜਾਓ, ਤੁਸੀਂ ਗਿਆਨ ਨਾ ਸਿਰਜੋ, ਸਾਡੇ ਕੋਲੋਂ ਗਿਆਨ ਮੁੱਲ ਲਓ, ਸਾਡੀ ਟੈਕਨੋਲੋਜੀ ਮੁੱਲ ਲਓ। ਉਹ ਕਹਿੰਦਾ ਠੀਕ ਹੈ, ਵਧੀਆ, ਤੁਸੀਂ ਆਪਦਾ ਕੋਵਿਡ ਦੇ ਵਿੱਚ ਲੱਗੇ ਰਹੇ, ਉਹ ਕਲਸ਼ ਯਾਤਰਾ ਕਰ ਲਈ, ਹਾਂਜੀ, ਗੋਬਰ ਲਾ ਲਿਆ, ਗੋ ਮੂਤਰ ਪੀ ਲਿਆ, ਗਲੋ ਪਲਾਤੀ, ਰਾਮਦੇਵ ਦੀ ਬੱਟੀ ਵਿਕਵਾਤੀ, ਕਿੰਨੇ ਪੈਸਿਆਂ ਦੀ, ਕੋਈ ਅੰਤ ਹੀ ਨਹੀਂ ਛੱਡਿਆ, ਕਾੜੇ ਪਲਾਤੇ, ਤੇ ਮੌਤਾਂ ਫਿਰ ਹੋਈ ਗਈਆਂ, ਨਾਲ ਉਹਨਾਂ ਦੇ ਵੈਂਟੀਲੇਟ, ਉਹਨਾਂ ਦਾ ਸਮਾਨ ਖਰੀਦੀ ਗਏ। ਸੋ ਇਸ ਕਰਕੇ ਉਹ ਇਸ ਗੱਲ ਦੇ ਉੱਤੇ ਖੁਸ਼ ਨੇ ਵੀ ਤੁਸੀਂ ਹੋਵੋ ਪਿੱਛੇ, ਤੁਸੀਂ ਸਾਡੇ ਨਾਲ ਮੁਕਾਬਲਾ ਕਰਦੇ ਹੋ। ਭਾਰਤ ਕਾਫੀ ਵੱਡਾ ਮੁਕਾਬਲੇ 'ਚ ਹੈ, ਤੀਜੀ ਦੁਨੀਆ ਦੇ ਦੇਸ਼ ਕਾਫੀ ਕੁਛ ਇਹ ਤੋਂ ਲੈਂਦੇ ਨੇ ਸਾਡੀਆਂ, ਤੁਸੀਂ ਐਕਸਪੋਰਟ ਇੰਪੋਰਟ ਦਾ ਹਿਸਾਬ ਲਾਓਗੇ ਫਿਰ ਪਤਾ ਲੱਗਦਾ ਵੀ ਅੱਛਾ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਤੇ ਉਹ ਕਹਿੰਦੇ ਤੁਸੀਂ ਐਵੇਂ ਸਾਡੇ ਇੱਥੇ ਭੇਜ ਦਿੰਦੇ ਹੋ, ਤੁਹਾਡੇ ਡਾਕਟਰ, ਇੰਜੀਨੀਅਰ, ਇਕੋਨੋਮਿਸਟ, ਸਾਇੰਟਿਸਟ ਆਉਂਦੇ ਨੇ, ਉਹ ਸਾਡੀਆਂ ਗੱਦੀਆਂ 'ਤੇ ਕਬਜ਼ਾ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਤਾਂ ਕੰਮ ਬਹੁਤ ਆਉਂਦਾ। ਆਪਾਂ ਦੇਖਿਆ ਹੀ ਹੋਣੀ ਆ ਵਰਲਡ ਬੈਂਕ 'ਚ ਹੋਰ ਕਿੰਨੇ ਆਪਾਂ ਵੱਡੇ ਵੱਡੇ ਕੰਪਨੀਆਂ ਦੇ CEO ਬਣੇ ਹੋਏ ਨੇ ਭਾਰਤੀ। ਸੋ ਉਹ ਕਹਿੰਦੇ ਵੀ ਤੁਸੀਂ ਤਾਂ ਇੱਥੇ ਦਿਹਾੜੀ ਕਰਨ ਵਾਲੇ ਬਣ ਕੇ ਰਹੋ, ਤੁਸੀਂ ਗਿਆਨ ਨਾ, ਤੁਹਾਨੂੰ ਗਿਆਨ ਨਾ ਹੋਵੇ। ਸੋ ਗਿਆਨ ਰੋਕਣ ਦੇ ਵਾਸਤੇ ਨੂੰ ਇਹ ਚੱਲ ਰਿਹਾ ਹੈ। ਜਦ ਗਿਆਨ ਰੁਕੇਗਾ ਤਾਂ ਦੇਸ਼ ਨੇ ਗੁਲਾਮ ਹੋਣਾ ਹੀ ਆ। ਪਹਿਲਾਂ ਇੱਕ ਅਧਿਕਾਰਵਾਦ ਆਏਗਾ, ਫਿਰ ਉਦੋਂ ਬਾਅਦ ਗੁਲਾਮ ਹੋਏਗਾ। ਪਹਿਲਾਂ ਰਾਜਿਆਂ ਦਾ ਵੀ ਤਾਂ ਇੱਕ ਅਧਿਕਾਰਵਾਦ ਹੀ ਹੁੰਦਾ ਸੀ, ਰਾਜੇ ਵੀ ਤਾਂ ਗੁਲਾਮ ਹੀ ਹੋਏ ਸੀ ਨਾ ਅੰਗਰੇਜ਼ਾਂ ਦੇ। ਕਿਉਂਕਿ ਜਦ ਬੰਦਾ ਵਿਅਕਤੀਗਤ ਹੋ ਜਾਂਦਾ ਹੈ, ਫਿਰ ਉਹਨੂੰ ਦਬਾਉਣਾ ਬਹੁਤ ਸੌਖਾ ਹੈ। ਇੱਕ ਨੇਸ਼ਨ ਨੂੰ, ਇੱਕ ਕੌਮ ਨੂੰ, ਇੱਕ ਰਾਸ਼ਟਰ ਨੂੰ ਦਬਾਉਣਾ ਬਹੁਤ ਔਖਾ ਹੁੰਦਾ ਹੈ। ਇੱਕ ਵਿਅਕਤੀ ਨੂੰ ਜਾਂ ਇੱਕ ਗਰੋਹ ਨੂੰ ਦਬਾਉਣਾ ਬਹੁਤ ਸੌਖਾ ਹੁੰਦਾ ਹੈ ਭਾਵਨਾ ਵਾਸਤੇ। ਸੋ ਜਿਉਂ ਤਾਕਤ ਸੀਮਤ ਹੁੰਦੀ ਜਾਏਗੀ, ਕੇਂਦਰਿਤ ਹੁੰਦੀ ਜਾਏਗੀ, ਤਿਉਂ ਇੱਥੇ ਚੋਣਾਂ ਦਾ ਮਾਹੌਲ ਵੀ ਖਤਮ ਹੋਏਗਾ, ਕਿਉਂਕਿ ਉਹਨਾਂ ਸ਼ਕਤੀਆਂ ਦੀ ਲੋੜ ਹੋਏਗੀ ਵੀ ਨਹੀਂ ਯਾਰ, ਚੋਣ ਨਹੀਂ। ਇੰਦਰਾ ਗਾਂਧੀ ਨੇ ਨਹੀਂ ਕਰਿਆ ਸੀ। ਇੰਦਰਾ ਗਾਂਧੀ ਨੇ 6 ਸਾਲ ਕਿਉਂ ਬਣਾਈ ਸੀ ਪਾਰਲੀਮੈਂਟ, ਕਿ ਮੈਂ ਉਤਰਨਾ ਨਹੀਂ ਹੈ। ਉਹ ਤਾਂ ਗੱਲ ਉਹਦੀ ਮਜਬੂਰੀ ਹੋ ਗਈ ਵੀ ਉਹਨੂੰ ਲੱਗਿਆ ਵੀ ਹੁਣ ਇਹ ਕੰਮ ਪੁੱਠਾ ਪੈ ਸਕਦਾ, ਇੱਦਾਂ ਕਿਤੇ ਮੋਦੀ ਸਾਹਿਬ ਦੀ ਵੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਪਰ ਇੰਦਰਾ ਗਾਂਧੀ ਨਾਲੋਂ ਵੀ ਜ਼ਿਆਦਾ ਉਹਨੇ ਤਾਂ ਡਿਕਲੇਅਰ ਕਰਕੇ ਐਮਰਜੈਂਸੀ ਲਾਈ ਸੀ, ਇੱਥੇ ਤਾਂ ਅਨਡਿਕਲੇਅਰਡ ਚੱਲ ਰਿਹਾ ਸਾਰਾ ਕੁਝ। ਉਹ ਉਦਾਂ ਹੀ ਧੱਕਾ, ਉਹਨੇ ਤਾਂ ਐਮਰਜੈਂਸੀ 'ਚ ਕਾਨਸਟੀਟਿਊਸ਼ਨ ਅਮੈਂਡ ਕਰਿਆ ਸੀ, ਇਹ ਬਿਨਾਂ ਐਮਰਜੈਂਸੀ 'ਚ ਕਰੀ ਜਾ ਰਹੇ ਨੇ। ਸੋ ਇਸ ਕਰਕੇ ਇਸ ਗੱਲ ਤੋਂ ਸਾਨੂੰ ਸੁਚੇਤ ਹੋਣਾ ਪਏਗਾ। ਇਹ ਦੇਸ਼ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੋਈਆਂ ਨੇ, ਜਿੰਨਾ ਇਤਿਹਾਸ ਅੰਡੇਮਾਨ ਨਿਕੋਬਰ 'ਚ ਜਾ ਰਹੋ ਤੁਸੀਂ, ਸੈਲਰ ਜੇਲ੍ਹ, ਤੁਹਾਨੂੰ ਪਤਾ ਲੱਗ ਜੂ ਕਿਵੇਂ ਇਤਿਹਾਸ ਬਦਲਿਆ ਹੋਇਆ। ਪਰ ਉਹ ਬਦਲਣ ਦੇ ਵਿੱਚ ਵੀ ਕਿਵੇਂ, ਕਿਉਂਕਿ ਇਹਨਾਂ ਦੀ ਚਮਚੀ ਮਾਰਦੇ ਨੇ, ਉੱਥੇ ਪਤਾ ਲੱਗ ਜੂ ਵੀ ਉੱਥੇ ਬੁੱਤ ਕਿੱਦਾਂ ਦੇ ਨੇ। ਉੱਥੇ ਵੀਰ ਸਵਰਕਰ ਦਾ ਬੁੱਤ ਐ ਟਾਰ ਨਾਲ ਖੜਾ, ਉਹ ਬਾਕੀਆਂ ਦੇ ਬੁੱਤ ਵੇੜੀਆਂ 'ਚ, ਉਹ ਵੇੜੀਆਂ 'ਚ ਨੇ ਬੰਦੇ, ਤੇ ਉੱਥੇ ਪਤਾ ਲੱਗ ਜਾਂਦਾ ਵੀ ਵੀਰ ਸਵਰਕਰ ਨੂੰ ਭਾਵੇਂ ਅੱਗੇ ਲਾਇਆ ਹੋਇਆ, ਪਰ ਉਹ ਤਾਂ, ਉਹਨੂੰ ਤਾਂ ਕੋਈ ਬੇੜੀ ਬੂੜੀ ਹੈ, ਉਹਨੂੰ ਤਾਂ ਕੋਈ ਹੈ ਨਹੀਂ ਇਹੋ ਜਿਹਾ ਕੰਮ। ਜਿਹੜੇ ਦੂਜੇ ਨਾਲ ਜੋ ਹਾਲਤ ਹੈ, ਉੱਥੇ ਪਤਾ ਲੱਗ ਜਾਂਦਾ ਵੀ ਆਹ ਸੀ ਅਸਲੀ। ਉਹ ਕਈ ਵਾਰ ਅਸਲੀਅਤ ਰੁਕਦੀ ਨਹੀਂ, ਕਿਸੇ ਨਾ ਕਿਸੇ ਰੂਪ 'ਚ ਆ ਜਾਂਦੀ ਹੈ ਸਾਹਮਣੇ। ਸੋ ਸਾਨੂੰ ਅੱਜ ਇਸ ਗੱਲ ਦੇ ਉੱਤੇ, ਤੁਸੀਂ ਵਧੀਆ ਟੌਪਿਕ ਚੁਣਿਆ। ਵੈਸੇ ਮੈਨੂੰ ਸੀਗਾ ਵੀ ਸ਼ਾਇਦ ਤੁਸੀਂ ਪੰਜਾਬ ਦੇ ਮੁੱਦੇ ਲਓਗੇ, ਪਰ ਇਹ ਬਹੁਤ ਵੱਡਾ ਮੁੱਦਾ ਹੈ। ਆਮ ਤੌਰ 'ਤੇ ਕਈ ਵਾਰੀ ਹੁੰਦਾ ਵੀ ਪੰਜਾਬ 'ਚ ਵੀ ਕਈ ਘਟਨਾਵਾਂ ਇਜਲਾਸ ਬੁਲਾਉਣ ਦੀਆਂ ਹੋਰ ਹੋਈਆਂ ਹੋਈਆਂ ਨੇ, ਪਰ ਮੈਨੂੰ ਐਂ ਲੱਗਦਾ ਹੈ ਵੀ ਸਤਪਾਲ ਮਲਿਕ ਜੀ ਕਿਸਾਨ ਅੰਦੋਲਨ ਤੋਂ ਲੈ ਕੇ ਬੋਲ ਰਹੇ ਨੇ, ਬੜਾ ਠੀਕ ਤਰੀਕੇ ਨਾਲ ਬੋਲ ਰਹੇ ਨੇ। ਔਰ ਬੀਜੇਪੀ ਦੇ ਵੱਡੇ ਵੱਡੇ ਸਟਾਰਵਰਟ ਜਿਹੜੇ ਰਹੇ ਨੇ, ਉਹ ਬੜੇ ਡਟ ਕੇ ਖੁੱਲ੍ਹ ਕੇ ਬੋਲ ਰਹੇ ਨੇ, ਇੰਟਰਵਿਊ ਸਿੱਧੀ ਦੇ ਰਹੇ ਨੇ। ਐਂ ਨਹੀਂ ਹੈ ਵੀ ਕੋਈ ਡਰ ਕੇ ਗੱਲ ਕਰਦੇ ਨੇ। ਸੋ ਦੇਸ਼ ਦੇ ਵਿੱਚ ਦੇਸ਼ ਨੂੰ ਬਚਾਉਣ ਵਾਲੀਆਂ ਸ਼ਕਤੀਆਂ ਨੇ ਜਿਹੜੀਆਂ, ਉਹ ਵੀ ਐਕਟਿਵ ਨੇ, ਤੇ ਜਿਹੜੀਆਂ ਦੇਸ਼ ਨੂੰ ਪਿੱਛੇ ਸੁੱਟ ਰਹੀਆਂ ਨੇ ਇੱਕ ਅਧਿਕਾਰਵਾਦ ਨਾਲ। ਅਸੀਂ ਪਾਕਿਸਤਾਨ ਦਾ ਹਾਲ ਦੇਖਿਆ ਹੀ ਹੈ ਕੀ ਹੋ ਰਿਹਾ, ਉੱਥੇ ਤਾਂ ਰੋਟੀ ਨਹੀਂ ਮਿਲ ਰਹੀ ਲੋਕਾਂ ਨੂੰ, ਤੇ ਫਿਰ ਅਸੀਂ ਪਾਕਿਸਤਾਨ ਵਰਗਾ ਮੁਲਕ ਬਣਾਉਣਾ, ਅਸੀਂ ਅਫਗਾਨਿਸਤਾਨ ਵਰਗਾ ਮੁਲਕ ਬਣਾਉਣਾ ਆਪਦਾ। ਜੇ ਅਸੀਂ ਉਹੋ ਜਿਹਾ ਬਣਾਉਣਾ ਹੈ ਤੇ ਕਿਸੇ ਨੇ ਬ੍ਰਾਹਮਣਵਾਦ ਦੇ ਨਾਂ ਤੇ ਜਾਂ ਹਿੰਦੂਵਾਦ ਦੇ ਨਾਂ ਤੇ ਫਿਰ ਬਣਾ ਲੈਣ, ਫਿਰ ਆਪਾਂ ਕੀ ਕਰ ਸਕਦੇ ਹਾਂ ਉਹਦੇ 'ਚ? ਫਿਰ ਤਾਂ ਲੋਕ ਲੜਨਗੇ। ਤੁਸੀਂ ਦੇਖੋ ਕਰੋਨਾ ਦੇ ਵਿੱਚ ਕੀ ਹੋਇਆ,
ਕਰੋਨਾ 'ਚ ਲੋਕਾਂ ਨੂੰ ਸਾਰਿਆਂ ਨੂੰ ਕਰਿਆ। ਜਿਹੜੇ ਬੰਦੇ ਮਰੇ ਉਹਦੇ 'ਚ ਕੋਈ ਬੰਦਾ ਦੱਸ ਦੇ ਵੀ ਉਹਦੇ 'ਚ ਗਿਣਤੀ ਕਿੰਨਾਂ ਦੀ ਜ਼ਿਆਦਾ ਸੀ ਮਰਨ ਵਾਲਿਆਂ 'ਚ। ਕੋਵਿਡ 'ਚ ਜਿੰਨੇ ਮੌਤਾਂ ਹੋਈਆਂ ਨੇ ਉਹਨਾਂ 'ਚ ਗਿਣਤੀ ਕਿੰਨਾਂ ਦੀ ਜ਼ਿਆਦਾ ਸੀ? ਉਹ ਮੁਸਲਮਾਨਾਂ ਦੀ ਜ਼ਿਆਦਾ ਸੀ, ਉਹ ਸਿੱਖਾਂ ਦੀ ਜ਼ਿਆਦਾ ਸੀ, ਈਸਾਈਆਂ ਦੀ ਜ਼ਿਆਦਾ ਸੀ ਜਾਂ ਹਿੰਦੂਆਂ ਦੀ ਜ਼ਿਆਦਾ ਸੀ? ਜਿਨ੍ਹਾਂ ਦੇ ਵਪਾਰ ਤਬਾਹ ਹੋਏ ਉਹ ਮੁਸਲਮਾਨਾਂ ਦੇ ਜ਼ਿਆਦਾ ਹੋਏ ਜਾਂ ਹਿੰਦੂਆਂ ਦੇ ਗਿਣਤੀ ਦੇ ਹਿਸਾਬ ਨਾਲ ਜ਼ਿਆਦਾ ਹੋਏ? ਜਿਹੜੇ ਬੰਦੇ ਉਖੜ ਕੇ ਜਾਣਾ ਪਿਆ ਜਿਨ੍ਹਾਂ ਨੂੰ, ਉਹ ਕੌਣ ਸੀਗੇ? ਸੋ ਇਸ ਕਰਕੇ ਇਸ ਗੱਲ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਨਾ ਕੋਈ ਬਿਮਾਰੀ, ਨਾ ਕੋਈ ਅਕਾਲ, ਨਾ ਕੋਈ ਹੜ੍ਹ, ਨਾ ਕੋਈ ਕੁਦਰਤੀ ਆਫਤ ਉਹ ਧਰਮ, ਪੂਜਾ ਪਾਠ, ਸ਼ਕਲ, ਰੰਗ, ਨਸਲ, ਬੋਲੀ, ਸੱਭਿਆਚਾਰ ਦੇਖ ਕੇ ਨਹੀਂ ਆਉਂਦੀ। ਉਹ ਸਾਰਿਆਂ 'ਤੇ ਆਉਂਦੀ ਹੈ, ਉਹ ਸਾਰਿਆਂ ਨੂੰ ਹੁੰਝ ਕੇ ਲੈ ਜਾਂਦੀ ਆ। ਕੋਵਿਡ ਦਾ ਜਿਹੜਾ ਨਿਊ ਕਰੋਨਾ ਵਾਇਰਸ ਹੈ, ਨੋਵਲ ਕਰੋਨਾ ਜਿਹਨੂੰ ਕਹਿੰਦੇ ਸੀ, ਜੀ ਤੁਹਾਨੂੰ ਪਤਾ ਵੀ ਉਹ ਬੜੇ ਹਾਈ ਪਾਵਰਡ ਮਾਈਕਰੋਸਕੋਪ ਨਾਲ ਦੇਖਿਆ ਜਾ ਸਕਦਾ, ਇਲੈਕਟ੍ਰੋਨਿਕ ਮਾਈਕਰੋਸਕੋਪ ਨਾਲ ਦਿਖਦਾ ਵੀ ਨਹੀਂ ਹੈ। ਉਹ ਸਾਰੀ ਦੁਨੀਆ ਹਲਾਤੀ ਸੀ ਉਸਨੇ, ਜਿਹੜੀ ਨਜ਼ਰ ਹੀ ਨਹੀਂ ਆਉਂਦੀ ਕੋਈ ਚੀਜ਼। ਓਮਿਕਰੋਨ ਜਿਹਨੂੰ ਜੀਵ ਕਹਿਣਾ ਵੀ ਔਖਾ ਹੈ। ਸੋ ਇਸ ਕਰਕੇ ਕੁਦਰਤੀ ਆਫਤਾਂ ਦੇ ਸਾਹਮਣੇ ਕੋਈ ਨਹੀਂ ਹੁੰਦਾ। ਅੱਜ ਸਾਡੀ ਲੋੜ ਹੈ ਕਿ ਅਸੀਂ ਜਮਹੂਰੀਅਤ ਬਚਾ ਲਾਂਗੇ ਤਾਂ ਫਿਰ ਸਭ ਕੁਝ ਹੀ ਬਚ ਜਾਏਗਾ। ਅੱਜ ਜਿਹੜੇ ਬਾਕੀ ਨੇ ਵੀ ਉਹ ਪਰਿਆਵਰਨ ਬਚਾ ਲਓ, ਪਹਿਲਾਂ ਜਮਹੂਰੀਅਤ ਨੂੰ ਬਚਾਉਣਾ ਜ਼ਰੂਰੀ। ਜਿੱਦਾਂ ਜਮਹੂਰੀਅਤ ਸਾਡੀ ਬਚ ਗਈ ਉਹਦੇ ਅਸੀਂ ਦੇਸ਼ ਤਰੱਕੀ ਕਰੇਗਾ। ਜੇ ਜਮਹੂਰੀਅਤ ਦੇ ਉੱਤੇ ਕਬਜ਼ਾ ਹੁੰਦਾ, ਉਹ ਜਿੱਦਾਂ ਮਰਜ਼ੀ ਹੋਵੇ, ਉਹ ਏ ਦਾ ਹੋਵੇ, ਬੀ ਦਾ ਹੋਵੇ ਜਾਂ ਸੀ ਦਾ ਹੋਵੇ, ਉਹ ਧਰਮ ਦੇ ਨਾਂ 'ਤੇ ਹੋਵੇ, ਜਾਤ ਦੇ ਨਾਂ 'ਤੇ ਹੋਵੇ, ਵਿਅਕਤੀ ਦੇ ਨਾਂ 'ਤੇ ਹੋਵੇ, ਉਹ ਧਨ ਦੇ ਕਾਰਨ ਹੋਵੇ, ਬਾਹੂਬਲ ਦੇ ਕਾਰਨ ਹੋਵੇ, ਉਹ ਕਬਜ਼ਾ ਜਿਹੜਾ ਵਿਅਕਤੀਗਤ ਕਬਜ਼ਾ ਜਿਹੜਾ ਹੈ ਬਹੁਤ ਮਾੜਾ ਹੈ। ਡੈਮੋਕ੍ਰੇਸੀ ਦੇ ਨਾਲ ਸੰਸਾਰ ਚੱਲਦਾ ਹੈ ਔਰ ਕੁਦਰਤ ਦੇ ਵਿੱਚ ਵੀ ਡੈਮੋਕ੍ਰੇਸੀ ਹੈ। ਬਰਾਬਰਤਾ ਸਭ ਨੂੰ, ਇੱਕ ਇਗੈਲੀਟੇਰੀਅਨ ਸੋਸਾਇਟੀ ਵੱਲ ਵਧਣਾ ਪਏਗਾ ਅਤੇ ਸਾਨੂੰ ਇਸ ਵੱਲ ਵਧਣਾ ਪਏਗਾ। ਸਭੇ ਸਾਂਝੀ ਵਾਰਸ ਦਾ ਤੂੰ ਕਿਸੇ ਨੂੰ ਦੱਸੇ ਬਾਹਰ ਜੀਓ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿਰਤ ਦੇ ਲੜ ਲੱਗਣਾ ਪਊਗਾ, ਵੰਡ ਕੇ ਖਾਣਾ ਪਊਗਾ ਅਤੇ ਸਾਨੂੰ ਸਾਰਿਆਂ ਨੂੰ ਬਰਾਬਰ ਸਮਝਣਾ ਪਏਗਾ, ਸਾਰਿਆਂ ਨੂੰ ਇਹਦਾ ਹਿੱਸੇਦਾਰ ਸਮਝਣਾ ਪਏਗਾ ਔਰ ਗਿਆਨ ਪ੍ਰਾਪਤ ਕਰਨਾ ਪਏਗਾ। ਇਸ ਦੇ ਨਾਲ ਹੀ ਅਸੀਂ ਅੱਗੇ ਵਧ ਸਕਦੇ। ਬਹੁਤ ਬਹੁਤ ਸ਼ੁਕਰੀਆ ਗਰਗ ਸਾਹਿਬ ਤੁਹਾਡਾ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਹੋਰ ਵਿਸ਼ੇ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਅਸੀਂ ਆਪਣੇ ਲੋਕਤੰਤਰ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ, ਇਹ ਸਾਡਾ ਭਾਰਤ ਦੇ ਵਾਸੀਆਂ ਦਾ ਆਪਣਾ ਨਿਰਣਾ ਹੋਣਾ ਚਾਹੀਦਾ ਹੈ। ਇਸ ਕਰਕੇ ਜਾਗੋ ਤੇ ਆਪਣਾ ਨਿਰਣੇ ਪਛਾਣੋ ਤੇ ਆਪਣਾ ਸਹੀ ਕਦਮ ਚੁੱਕੋ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ। ਆਪਣੇ ਵਿਚਾਰ ਸਾਨੂੰ ਸਾਂਝੇ ਕਰੋ। ਸਾਡੇ ਇਸ ਚੈਨਲ ਨੂੰ ਪੰਜਾਬ ਮਿਲ USA TV ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।